ਗੁਰਦਿਆਲ ਸਿੰਘ ਦਾ ਨਾਵਲ ਪਰਸਾ ਦਾ 16ਵਾਂ ਅੰਕ। ਬਸੰਤੇ ਨੇ ਆਉਣ ਸਾਰ ਸਾਰਾ ਕੰਮ ਸੰਭਾਲ ਲਿਆ। ਪਰਸੇ ਨੂੰ ਉਹਨੇ ਹੱਸ ਕੇ ਕਿਹਾ, ਬਾਪੂ ਤੂੰ ਬਥੇਰਾ ਕਰ ਲਿਆ, ਹੁਣ ਆਰਾਮ ਕਰ। ਆਰਾਮ ਨਾਲ ਕਹੀਏ ਮੌਤ ਦਾ। ਐਸਾ ਲਫ਼ਜ਼ ਨਾ ਬੋਲੀ ਕਦੇ ਮੂੰਹ, ਸਵਾਸ ਵਗਦੇ ਤਾਂ ਕੰਮ ਹੀ ਕਰ ਮੈਂ। ਬਸੰਤਾ ਚੁੱਪ ਕਰ ਗਿਆ। ਬਾਪੂ ਨਾਲ ਉਹ ਕਦੇ ਬਹਿਸ 'ਚ ਨਹੀਂ ਸੀ ਪਿਆ। ਫਿਰ ਸੌਣੀ ਦੀ ਫਸਲ ਸੰਭਾਲਦੇ ਹੀ ਪਰਸੇ ਨੇ ਕਿਹਾ, ਕਿਉਂ ਵੀ ਬਸੰਤਿਆ, ਤੂੰ ਕਹੇ ਤਾਂ ਮੈਂ ਹਰਿਦੁਆਰ ਜਾਵਾਂ, ਮਹੀਨਾ 20 ਦਿਨ। ਆਤਮੇ ਦੀ ਇੱਛਾ ਹੈ ਬੜੀ ਚਿਰ ਦੀ। ਜ਼ਰੂਰ ਜਾ, ਕਹੇ ਤਾਂ ਮੈਂ ਛੱਡ ਆਉਣਾ ਨਾਲ ਜਾ ਕੇ। ਪਰਸਾ ਹੱਸ ਪਿਆ, ਐ ਕਮਲਾ, ਹੁਣ ਤੂੰ ਮੈਨੂੰ ਕਿਵੇਂ ਛੱਡ ਆਏਂਗਾ? ਅਜੇ ਨਹੀਂ ਮੈਂ ਜਾਂਦਾ, ਆਪਦੀ ਮਰਜ਼ੀ ਨਾਲ ਜਾਊਂ। ਤੂੰ ਤਾਂ ਬਾਪੂ ਗੱਲ ਹੀ ਹੋਰ ਪਾਸੇ ਲੈ ਗਿਆ। ਬਸੰਤਾ ਵੀ ਹੱਸ ਪਿਆ। 3 ਦਿਨ ਮਗਰੋਂ ਤੁਰਨ ਵੇਲੇ ਮੀਣੇ ਦੇ ਸਿਰ ਤੇ ਹੱਥ ਫੇਰਿਆ ਤਾਂ ਮੀਣੇ ਨੇ 3 ਬੜਕਾਂ ਮਾਰੀਆਂ। ਫਿਰ ਜਿੱਥੋਂ ਤੱਕ ਪਰਸਾ ਦਿਸਦਾ ਰਿਹਾ, ਮੀਣਾ ਆਪਣੀਆਂ ਸ਼ਾਹ ਕਾਲੀਆਂ ਅੱਖਾਂ ਗੱਡੀ ਝਾਕਦਾ ਖੌਰੂ ਡਾਈ ਗਿਆ। ਪਰਸਾ ਮੁੜ ਕੇ ਝਾਕਦਾ ਇਸ ਅਹਿਸਾਸ ਨਾਲ ਖੁਸ਼ ਹੁੰਦਾ ਰਿਹਾ ਕਿ ਮੀਣੇ ਦੀਆਂ ਬੁੱਢੀਆਂ ਹੱਡੀਆਂ ਵਿੱਚ ਅਜੇ ਵੀ ਪੂਰਾ ਬਲ ਸੀ। ਰਿਹਾ ਹੋ ਕੇ ਆਉਣ ਮਗਰੋਂ ਮਾਸਟਰ ਮੇਘ ਕਿੰਨੀ ਵਾਰੀ ਯਾਦ ਆਇਆ ਸੀ। ਜਦੋਂ ਯਾਦ ਆ ਜਾਂਦਾ, ਅੰਦਰੋਂ ਜਿਵੇਂ ਵਾਵਰੋਲੇ ਜਿਹੇ ਉੱਠਣ ਲੱਗ ਪੈਂਦੇ। ਜਿੰਨੀ ਵਾਰੀ ਬਸੰਤੇ ਦੇ ਹੁੰਦਿਆਂ ਜੇਲ੍ਹ 'ਚ ਆਇਆ, ਫੁੱਲ ਵਾਂਗ ਖਿੜਿਆ ਹੋਇਆ ਹੁੰਦਾ, ਜਿਵੇਂ ਜੰਝ ਆਇਆ ਹੋਵੇ। ਜਦੋਂ ਜੇਲ੍ਹ 'ਚ ਆਉਣ ਦਾ ਬੈਠਣ ਉੱਠਣ ਦਾ ਹੋਇਆ, ਉਦੋਂ ਤੋਂ ਹੀ ਪੁੱਛਣ ਲੱਗਿਆ ਹੋਇਆ ਸੀ, ਮਾਸਟਰਾ ਆਪਦਾ ਪਤਾ ਟਿਕਾਣਾ ਤਾਂ ਦੱਸ। ਬੇਹੰਗਮਾਂ ਦਾ ਕੀ ਪਤਾ ਟਿਕਾਣਾ ਹੁੰਦਾ ਭਾਈ ਬਸੰਤਿਆ। ਤੇ ਫਿਰ ਉਹ ਨਿਰਛਲ ਹਾਸੀ ਹੱਸ ਪੈਂਦਾ। ਆਪਣੀ ਆਦਤ ਅਨੁਸਾਰ ਨੱਕ ਦੀ ਬੁੰਬਲ ਹਥੇਲੀ ਨਾਲ ਰਗੜ ਕੇ ਚਮਕੀਲੀਆਂ ਅੱਖਾਂ ਨਾਲ ਉਸ ਵੱਲ ਵੇਖਦਾ ਤਾਂ ਬਸੰਤੇ ਨੂੰ ਉਹਦੀ ਨਿਰਛਲਤਾ ਤੇ ਅੱਖਾਂ ਦੀ ਲਿਸ਼ਕ ਕੀਲ ਲੈਂਦੀ। ਉਹਦੀ ਰਿਹਾਈ ਤੋਂ 8 ਕੁ ਮਹੀਨੇ ਪਹਿਲਾਂ ਇੱਕ ਵਾਰ ਫੇਰ ਆਇਆ ਸੀ, ਪਰ ਇਸ ਵਾਰ ਉਹ ਤੇ ਉਹਦੇ ਸਾਥੀ 15 ਕੁ ਦਿਨ ਰਹਿ ਕੇ ਚਲੇ ਗਏ। ਇਸੇ ਵਾਰੀ ਉਹਦੇ ਬਾਰੇ ਕੁਝ ਪਤਾ ਲੱਗ ਸਕਿਆ ਸੀ, ਪਰ ਉਹ ਆਪਣੇ ਨਿੱਜੀ ਜੀਵਨ ਬਾਰੇ ਕੁਝ ਨਹੀਂ ਸੀ ਦੱਸਦਾ। ਉਹਦੇ ਬੇਲੀਆਂ ਤੋਂ ਵੀ ਇਹੋ ਗੱਲ ਪਤਾ ਲੱਗ ਸਕੀ ਵੀ ਉਹ ਮਹਾਜਨਾਂ ਦਾ ਮੁੰਡਾ ਸੀ। ਪਿਓ ਹੱਟੀ ਕਰਦਾ ਸੀ, ਕਈ ਭੈਣ ਭਰਾ ਸੀ। ਮੇਘ ਪੜ੍ਹ ਕੇ ਪ੍ਰਾਇਮਰੀ ਮਾਸਟਰ ਲੱਗ ਗਿਆ। 8-9 ਸਾਲ ਨੌਕਰੀ ਕੀਤੀ, ਵਿਆਹ ਪਹਿਲਾਂ ਹੀ ਹੋ ਗਿਆ ਸੀ। 2 ਕੁੜੀਆਂ ਵੀ ਹੋ ਗਈਆਂ, ਪਰ ਤੀਵੀਂ ਸਿਆਣੀ ਨਹੀਂ ਸੀ। ਉਸ ਨਾਲ ਉਹ ਸੰਬੰਧ ਤੋੜ ਵਿਛੋੜ ਕੇ ਵੀ ਉਹਨੂੰ ਖਰਚ ਦਿੰਦਾ ਰਿਹਾ ਸੀ। ਕੁੜੀਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਪੂਰੀ ਕਰਦਾ ਰਿਹਾ। ਵੱਖਰਿਆਂ ਰਹਿ ਕੇ ਵੀ ਘਰ ਵਾਲੀ ਨੂੰ ਖਰਚਾ ਦਿੰਦਾ ਰਿਹਾ। ਫਿਰ ਅਚਾਨਕ ਪਤਾ ਨਹੀਂ ਚਿੱਤ 'ਚ ਕੀ ਆਈ ਵੀ 26-27 ਸਾਲ ਦੀ ਉਮਰ 'ਚ ਨੌਕਰੀ ਛੱਡ ਕੇ ਕਾਲਜ 'ਚ ਪੜ੍ਹਨ ਜਾ ਲੱਗਿਆ। ਵੇਲੇ ਵੇਲੇ ਮੁੰਡਿਆਂ ਨੂੰ ਪੜ੍ਹਾਉਂਦਾ, ਦਿਨੇ ਆਪ ਪੜ੍ਹਨ ਚਲਾ ਜਾਂਦਾ। ਘਰ ਵਾਲੀ ਤੇ 2 ਧੀਆਂ ਦੇ ਖਰਚੇ ਦੇ ਨਾਲ ਨਾਲ ਆਪਣੀ 3-4 ਬੇਲੀਆਂ ਦੀਆਂ ਫੀਸਾਂ ਵੀ ਭਰਦਾ। ਉਹਨਾਂ ਦਾ ਤੇ ਆਪਣੀ ਰੋਟੀ ਪਾਣੀ ਦਾ ਖਰਚ ਵੀ ਕੱਢਦਾ। ਇਉਂ ਹੀ ਉਹਨੇ ਪਹਿਲਾਂ 14ਵੀਂ ਕੀਤੀ, ਫਿਰ 15ਵੀਂ, ਫਿਰ ਵਿੱਚ ਪਟਿਆਲੇ ਪੜ੍ਹਨ ਜਾ ਲੱਗਿਆ। ਪਰ ਪਾੜੇ ਮੁੰਡਿਆਂ ਦਾ ਲੀਡਰ ਪਹਿਲਾਂ ਹੀ ਬਣ ਗਿਆ ਸੀ। ਦੂਜੇ ਚੌਥੇ ਮਹੀਨੇ ਜੇਲ੍ਹ 'ਚ ਆ ਜਾਂਦਾ। ਜਦੋਂ ਆਖਰੀ ਵਾਰ ਆਇਆ, ਉਦੋਂ ਅਜੇ ਪਟਿਆਲੇ ਪੜ੍ਹਨ ਨਹੀਂ ਸੀ ਲੱਗਿਆ। 2 ਕੁ ਮਹੀਨੇ ਪਹਿਲਾਂ ਉਹਦੇ ਨਾਲ ਦੇ ਹੋਰ ਕੁਝ ਮੁੰਡੇ ਆਏ ਸੀ, ਜਿਨ੍ਹਾਂ ਨੂੰ ਬਸੰਤਾ ਜਾਣਦਾ ਸੀ। ਉਹਨਾਂ ਨੂੰ ਮਾਸਟਰ ਬਾਰੇ ਪੁੱਛਿਆ ਤੇ ਆਖਣ ਲੱਗੇ, ਹੁਣ ਉਹ ਪਟਿਆਲੇ ਜੇਲ੍ਹ 'ਚ ਜਾਂਦਾ ਹੈ, ਇੱਥੇ ਵੀ ਕਦੇ-ਕਦੇ ਆਉਂਦਾ ਰਹਿੰਦਾ, ਪਰ ਬਾਹਲਾ ਪਟਿਆਲੇ ਹੀ ਕੰਮ ਕਰਦਾ। ਯਾਰ ਉਹਨੂੰ ਕਿਹੋ, ਕਦੇ ਮਿਲ ਹੀ ਜਾਏ। ਬਸੰਤੇ ਨੇ ਉਹਨਾਂ ਨੂੰ ਕਿਸੇ ਗੁੱਝੀ ਸੱਦਰ ਨਾਲ ਕਿਹਾ ਸੀ, ਜੇ ਮੁਲਾਕਾਤ ਕਰਨ ਆਏ ਤਾਂ ਖਬਰ ਹੀ ਕਰਾ ਦਿਓ। ਕਿਉਂ ਬਾਹਾਂ ਆਕੜੀਆਂ ਜਾਂਦੀਆਂ? ਇੱਕ ਚਾਪੜ ਮੂੰਹੇ ਮੁੰਡੇ ਨੇ ਕਿਹਾ। ਉਹਦੇ ਮਗਰ ਲੱਗ ਗਿਆ ਤਾਂ ਘਰ-ਬਾਰ ਪੱਟ ਕੇ ਵਗਾ ਦੂ। ਪਿਆ ਮਗਰੋਂ ਗਿੱਦੜ ਵਾਂਗੂ ਹਾਂਕਦਾ ਤੁਰਿਆ ਫਿਰੇਂਗਾ, ਹੋਈ ਬਾਪੂ ਕਰਦਾ। ਬਾਕੀ ਸਾਰੇ ਹੱਸ ਪਏ, ਪਰ ਬਸੰਤਾ ਉਹਦੇ ਵੱਲ ਕੌੜ-ਕੌੜ ਅੱਖ ਝਾਕਦਾ ਬੋਲਿਆ ਸੀ, ਹੁਣ ਕਿਹੜਾ ਮੇਰੇ ਲੂਲਾਂ ਵਾਲੇ ਰੋਂਦੇ ਆ ਬਈ, ਉਹ ਮੈਨੂੰ ਉਜਾੜ ਦੂ। ਲੰਡੇ ਚਿੜੇ ਪਹਾੜਾਂ ਦੇ ਸਾਥੀ। ਫੇਰ ਠੀਕ ਹੈ, ਜ਼ਰੂਰ ਘੱਲਾਂਗੇ। ਉਹੀ ਬਣਾਊ ਤੈਨੂੰ ਮੰਨੇ ਕਾ ਸਿੱਖ, ਪੂਰਾ ਜਥੇਦਾਰ। ਇਹੋ ਜਿਹੇ ਕੰਮ ਨੂੰ ਤਾਂ ਉਹ ਸ਼ੇਰ ਹੈ। ਸਾਨੂੰ ਵੀ ਸੇਲੀ ਟੋਪੀ ਉਸੇ ਨੇ ਬਖਸ਼ੀ ਸੀ। ਤੇ ਉਹ ਮੁੰਡਾ ਉੱਚੀ ਹੱਸ ਪਿਆ। ਕੁਝ ਦਿਨਾਂ ਮਗਰੋਂ ਮਾਸਟਰ ਸੱਚੀ ਮੁਲਾਕਾਤ ਕਰਨ ਆ ਗਿਆ ਸੀ। ਉਵੇਂ ਫੁੱਲ ਵਾਂਗ ਖਿੜਿਆ ਹੋਇਆ, ਉਹ ਧੀਮਾ ਬੋਲ, ਉਹ ਚਮਕੀਲੀਆਂ ਅੱਖਾਂ, ਉਹ ਨਿਰਛਲ ਮੁਸਕਰਾਹਟ, ਜਿਸ ਨਾਲ ਉਹਦਾ ਚਿਹਰਾ ਹੋਰ ਵੀ ਚੌੜਾ ਲੱਗਣ ਲੱਗ ਪੈਂਦਾ। ਗੱਲਾਂ ਬਾਤਾਂ ਕਰਕੇ ਜਦੋਂ ਤੁਰਨ ਲੱਗਿਆ ਤਾਂ ਬਸੰਤਾ ਬੋਲਿਆ, ਮੇਰੀ ਵੀ ਰਿਹਾਈ ਹੋਣ ਵਾਲੀ ਹੈ, ਪਿੰਡ ਆਇਆ ਕਰੇਂਗਾ? ਜ਼ਰੂਰ, ਲਾਜ਼ਮੀ। ਤੈਨੂੰ ਨਹੀਂ ਮਿਲਣਾ ਤਾਂ ਹੋਰ ਕਿਹਨੂੰ ਮਿਲਾਂਗੇ? ਤੂੰ ਤਾਂ ਸਾਡਾ ਹੀਰਾ ਹੈ। ਪੱਕੀ ਗੱਲ? ਜਮਾਂ ਪੱਕੀ ਇੱਟ ਅਰ ਗਈ। ਫਿਰ ਉਹਨੇ ਜਿੰਨੇ ਨਿੱਘ ਨਾਲ ਉਹਦਾ ਹੱਥ ਘੁੱਟਿਆ, ਜੱਫੀ ਪਾਈ, ਉਹ ਨਿੱਘ ਹੁਣ ਵੀ ਮਹਿਸੂਸ ਹੁੰਦਾ ਸੀ। ਉਹ ਮੁਲਾਕਾਤ ਬਸੰਤੇ ਨੂੰ ਅਜੇ ਤੱਕ ਨਹੀਂ ਸੀ ਭੁੱਲੀ। ਉਹ ਅਕਸਰ ਮਾਸਟਰ ਨੂੰ ਉਡੀਕਦਾ ਰਹਿੰਦਾ। ਕਈ ਵਾਰ ਟਿੰਡੀ ਨੂੰ ਉਹਨਾਂ ਮੁੰਡਿਆਂ ਬਾਰੇ ਗੱਲ ਦੱਸਣ ਲੱਗ ਪੈਂਦਾ, ਜਿਹੜੇ ਅਕਸਰ ਜੇਲ੍ਹ 'ਚ ਆਉਂਦੇ ਰਹਿੰਦੇ ਤੇ ਕੁਝ ਦਿਨ ਮਗਰੋਂ ਚਲੇ ਜਾਂਦੇ, ਤੇ ਜਦੋਂ ਆਉਂਦੇ ਤਾਂ ਜਿਵੇਂ ਤੀਆਂ ਲੱਗ ਜਾਂਦੀਆਂ। ਉਹ ਗੀਤ ਗਾਉਂਦੇ, ਗੱਲਾਂ ਕਰਦੇ, ਕਦੇ ਨਾਅਰੇ ਲਾਉਣ ਲੱਗ ਪੈਂਦੇ। ਜੇਲ੍ਹ ਦੇ ਅਫਸਰਾਂ ਨਾਲ ਵੀ ਲੜ ਭਿੜ ਪੈਂਦੇ, ਪਰ ਕੈਦੀਆਂ ਨਾਲ ਹਮੇਸ਼ਾ ਯਾਰ ਬੇਲੀਆਂ ਵਾਂਗ ਰਹਿੰਦੇ। ਬਸੰਤੇ ਨੂੰ ਸਾਰੇ ਚੰਗੇ ਲੱਗਦੇ, ਪਰ ਉਹਦੀਆਂ ਗੱਲਾਂ ਸੁਣ ਕੇ ਟਿੰਡੀ ਨੂੰ ਪਤਾ ਨਹੀਂ ਲੱਗਦਾ ਵੀ ਜੇਲ੍ਹ 'ਚ ਜਾ ਕੇ ਕੋਈ ਕਿਵੇਂ ਇਉਂ ਗਾ ਜਾਂ ਹੱਸ ਖੇਡ ਸਕਦਾ ਸੀ।
ਜੇਲ੍ਹ ਦਾ ਨਾਂ ਸੁਣ ਕੇ ਉਹਨੂੰ ਕੰਬਾ ਛਿੜ ਪੈਂਦਾ। ਸਿਆਣੇ ਤਾਂ ਉਹਨੂੰ ਨਰਕ ਦੱਸਦੇ ਹੁੰਦੇ ਆ, ਪਰ ਵੈਲੀ ਬੰਦੇ ਬੇਸ਼ਰਮੀ ਦੇ ਤਾਣ ਸਹੁਰੇ ਵੀ ਕਹਿ ਦਿੰਦੇ। ਭਾਈ ਬਸੰਤਿਆ, ਇੱਕ ਵਾਰੀ ਮੇਰਾ ਬਾਪੂ ਬਗਲਿਆ ਗਿਆ ਚੋਰੀ 'ਚ। ਟਿੰਡੀ ਨੇ ਇੱਕ ਦਿਨ ਗੱਲ ਸੁਣਾਈ। ਆਪਣੇ ਰੰਗੂ ਗਿੱਲ ਦੇ ਖੇਤੋਂ ਕੋਈ ਕਪਾਹ ਚੁੱਕ ਕੇ ਲੈ ਗਿਆ। ਉਹਨਾਂ ਨਾਲ ਮਾਨਾ ਦੀ ਲਾਗ ਡਾਟ ਸੀ। ਮੇਰਾ ਬਾਪੂ ਉਦੋਂ ਮਾਨਾ ਨਾਲ ਸੀਰੀ ਹੁੰਦਾ ਸੀ। ਰੰਗੂ ਗਿਆ ਨੇ ਲਿਖਾਤਾ ਨਾਂ। ਫਿਰ 3 ਦਿਨ 3 ਰਾਤਾਂ ਜਿਹੜੀ ਪੁਲਿਸ ਨੇ ਬਾਪੂ ਦੀ ਖੱਲ ਲਾਈ, ਉਹ ਜਾਂ ਤਾਂ ਬਾਪੂ ਨੂੰ ਪਤਾ ਜਾਂ ਫਿਰ ਰੱਬ ਨੂੰ ਪਤਾ। ਹੁਣ ਤਾਈਂ ਉਹਦੀ ਕਲੱਤ ਸੂਤ ਨਹੀਂ ਆਈ। ਕਦੇ ਕੁੜਤਾ ਲਹਾ ਕੇ ਦੇਖੀ, ਪਿੱਠ ਤੇ ਅੱਡੇ ਅੱਡੇ ਚਟਾਕ ਹੈ, ਐਡੇ ਐਡੇ ਥੈਲੀ ਜਿੱਡੇ ਜਿੱਡੇ। ਜਦੋਂ ਬੋਲੂ ਮੇਰਾ ਸਰੀਰ ਹੀ ਸਾਲਿਆਂ ਨੇ ਜਰ ਖਲਤਾ। ਬੜੀ ਦੇਹ ਹੁੰਦੀ ਸੀ। ਬਸੰਤਾ ਹੱਸ ਕੇ ਬੋਲਿਆ, ਦੇਹ ਤਾਂ ਉਹਦੀ ਹੁੰਦੀ ਹੋਊ 7.5 ਮਣ ਪੱਕੇ ਦੀ। ਪਹਿਲੇ ਦਿਨੋਂ ਹੀ ਵਿਚਾਰਾ ਛਿਲਕਾਂ ਦਾ ਉੱਠ ਹੈ। ਤੇ ਪੁਲਿਸ ਵਾਲੇ ਥਾਣਿਆਂ 'ਚ ਖੈਰ ਕਿਹਦੇ ਨਾਲ ਗੁਜ਼ਾਰਦੇ ਆ। ਪਰ ਜੇਲ੍ਹ ਦੀ ਹੋਰ ਗੱਲ ਹੁੰਦੀ ਹੈ। ਤੈਨੂੰ ਨਹੀਂ ਅਜੇ ਪਤਾ ਬਈ ਜੇਲ੍ਹ 'ਚ ਤੇ ਹਵਾਲਾਤ 'ਚ ਕੀ ਫਰਕ ਹੁੰਦਾ। ਹਵਾਲਾਤ ਕੋਈ ਹੋਰ ਹੁੰਦੀ ਆ ਬਾਈ। ਉਹ ਜਿੱਥੇ ਥਾਣੇ ਵਾਲੇ ਫੜ ਕੇ ਤਾੜਦੇ ਆ, ਉਬਲੇ ਆਲੂ ਵਾਂਗੂ ਬੰਦੇ ਨੂੰ ਠੰਡਾ ਪਾਣੀ ਪਾ ਛਿੱਲਦੇ ਆ, ਉਹ ਹਵਾਲਾਤ ਹੁੰਦੀ ਹੈ। ਥਾਣੇ 'ਚ ਜੇਲ੍ਹ ਹੋਰ ਹੁੰਦੀ ਹੈ। ਉੱਥੇ ਤਾਂ ਘਰ ਵਰਗੀ ਗੱਲ ਹੁੰਦੀ ਹੈ। ਘਰ ਵਾਂਗੂ ਪਾਓ, ਬੈਠੋ, ਰੋਟੀ ਟੁੱਕ ਖਾਓ, ਗੱਲਬਾਤ ਕਰੋ, ਹੱਸੋ ਖੇਡੋ। ਉੱਥੇ ਕੈਦੀ ਜਾਂਦੇ ਆ ਰਹਿਣ ਵਾਸਤੇ, ਜਿਵੇਂ ਕਿ ਪ੍ਰਾਹੁਣਾ ਜਾਂਦਾ ਕਿਸੇ ਦੇ ਘਰੇ। ਕੰਮ ਧੰਦਾ ਕੋਈ ਨਹੀਂ ਹੁੰਦਾ ਉੱਥੇ ਬਾਈ। ਕੰਮ ਵੀ ਕਰਾਉਂਦੇ ਆ ਪਰ ਹਵਾਲਾਤੀਆਂ ਵਾਂਗੂ ਛਿੱਲ ਨਹੀਂ ਦੇੜਦੇ। ਉੱਥੇ ਪੁਲਿਸ ਨਹੀਂ ਹੁੰਦੀ। ਹੁੰਦੀ ਹੈ। ਟਿੰਡੀ ਨੂੰ ਫਰਕ ਅਜੇ ਵੀ ਸਮਝ ਨਹੀਂ ਸੀ ਆ ਰਿਹਾ। ਜਿੱਥੇ ਪੁਲਿਸ ਹੋਵੇ ਉਸੇ ਘਰ ਵਾਲੀ ਗੱਲ ਕਿਵੇਂ ਹੋਈ। ਇੱਕ ਦਿਨ ਰਾਤ ਨੂੰ ਖੇਸਾਂ ਦੀ ਝੁੱਬ ਮਾਰੀ 2 ਬੰਦੇ ਆਏ। ਬਾਹਰ ਖੜਕਾਇਆ ਤਾਂ ਬਸੰਤੇ ਨੇ ਬੂਹੇ ਵੱਲ ਜਾਂਦਿਆਂ ਪੁੱਛਿਆ, ਕਿਹੜਾ? ਘਰ ਦੇ ਬੰਦੇ ਹੀ ਆ ਬਾਈ। ਬਾਹਰੋਂ ਧੀਮੀ ਆਵਾਜ਼ ਸੁਣੀ ਪਰ ਪਛਾਣ ਨਾ ਸਕਿਆ। ਜਦੋਂ ਬਾਹਰ ਖੋਲ੍ਹਿਆ ਤਾਂ 2 ਜਣੇ ਅੰਦਰ ਲੰਘ ਆਏ। ਹਨੇਰੇ 'ਚ ਹੀ ਕੱਪੜੇ ਲਾਉਣ ਲੱਗ ਪਏ। ਬਾਈ ਬਸੰਤ ਸਿਆਂ, ਦੀਵਾ ਬੱਤੀ ਤਾਂ ਜਗਾ ਕੋਈ। ਮਾਸਟਰ ਹੈ ਕਿ ਅਜੇ ਵੀ ਕੋਈ ਸ਼ੱਕ ਹੈ? ਬਸੰਤੇ ਦਾ ਰੋਮ ਰੋਮ ਜਿਵੇਂ ਮਹਿਕ ਉੱਠਿਆ ਹੋਵੇ। ਕਾਲ 'ਚ ਉਹਨੂੰ ਡੱਬੀ ਨਹੀਂ ਸੀ ਲੱਭ ਰਹੀ। ਜਦੋਂ ਡੱਬੀ ਲੱਭ ਕੇ ਸੀਖ ਵਾਲੀ ਤਾਂ ਉਸੇ ਚਾਨਣੇ 'ਚ ਹੀ ਉਹਨਾਂ ਵੱਲ ਝਾਕਣ ਲੱਗ ਪਿਆ, ਪਰ ਉਹ ਛੇਤੀ ਬੁਝ ਗਈ। ਦੂਜੀ ਤੀਲੀ ਸੀਖ ਨਾਲ ਲਾਲਟਨ ਜਗਾਈ ਤਾਂ ਮਾਸਟਰ ਕੱਲੇ ਕੱਛੇ ਬਨੈਣ ਨਾਲ ਹੀ ਸਾਹਮਣੇ ਖੜਿਆ ਸੀ। ਗਾਰੇ ਨਾਲ ਲਿਬੜੇ ਕੱਪੜਿਆਂ ਨੂੰ ਟੰਗਣ ਲਈ ਕੋਈ ਕੀਲੀ ਲੱਭ ਰਿਹਾ ਸੀ। ਚਿਹਰੇ ਉੱਤੇ ਉਹੀ ਸਦਾ ਬਹਾਰ ਮੁਸਕਰਾਹਟ ਤੇ ਅੱਖਾਂ ਤੇ ਉਹੀ ਨਿਰਛਲ ਨਿਤਰੇ ਪਾਣੀ ਵਰਗੀ ਚਮਕ। ਵੀ ਪਹਿਲਾਂ ਆਪਾਂ ਮਿਲ ਲਈਏ। ਬਸੰਤੇ ਨੇ ਗਾਂਹ ਵੱਧ ਕੇ ਉਹਨੂੰ ਜੱਫੀ 'ਚ ਘੁੱਟ ਲਿਆ। ਮਾਸਟਰ ਹੱਸਿਆ ਤਾਂ ਉਹਦੇ ਹਾਸੇ ਨਾਲ ਜਿਵੇਂ ਘਰ ਦੇ ਚਾਰੇ ਖੂੰਜੇ ਘੁੰਗਰੂਆਂ ਵਾਂਗ ਛਣਕਣ ਲੱਗ ਪਏ। ਬਸੰਤੇ ਨੇ ਜਦੋਂ ਦੂਜੇ ਮੁੰਡੇ ਨੂੰ ਦੇਖਿਆ ਤਾਂ ਉਹ ਪਛਾਣ 'ਚ ਨਹੀਂ ਆਇਆ। ਇਹ ਬਾਈ, ਇਹਨੂੰ ਤੂੰ ਨਹੀਂ ਜਾਣਦਾ, ਅਸੀਂ ਇਕੱਠੇ ਪੜ੍ਹਦੇ ਹਾਂ ਪਟਿਆਲੇ। ਬਸੰਤੇ ਨੂੰ ਉਸ ਨਾਲ ਹੱਥ ਮਿਲਾ ਕੇ ਹੀ ਅਹਿਸਾਸ ਹੋਇਆ ਵੀ ਉਹਦੇ ਆਪਣੇ ਹੱਥਾਂ ਨਾਲੋਂ ਵੀ ਵੱਡੇ ਹੱਥ ਹੀ ਕਿਸੇ ਦੇ ਹੋ ਸਕਦੇ ਆ। ਹੁਣ ਤੱਕ ਉਹਨੂੰ ਆਪਣੇ ਬਾਪੂ ਦੇ ਹੱਥਾਂ ਬਾਰੇ ਹੀ ਪਤਾ ਸੀ ਵੀ ਸਿਰਫ ਉਹਦੇ ਹੱਥ ਉਹਦੇ ਆਪਣੇ ਹੱਥਾਂ ਨਾਲੋਂ ਵੱਡੇ ਸੀ। ਤੁਸੀਂ ਕੱਪੜੇ ਮੈਨੂੰ ਫੜਾਓ, ਮੈਂ ਟੰਗ ਦਿੰਨਾ। ਤੁਸੀਂ ਆਓ ਮੰਜਾ ਢਾ ਕੇ ਬੈਠੋ, ਮੈਂ ਹੁਣੇ ਬਿਸਤਰੇ ਕੱਢ ਕੇ ਦਿੰਨਾ। ਜਦੋਂ ਦੋਵੇਂ ਬਿਸਤਰਿਆਂ ਵਿੱਚ ਉੱਤੇ ਰਜਾਈਆਂ ਲੈ ਕੇ ਬਹਿ ਗਏ ਤਾਂ ਬਸੰਤਾ ਮਾਸਟਰ ਵਾਲੇ ਮੰਜੇ ਤੇ ਪੈਂਦੀ ਜਾ ਬੈਠਾ। ਉਹਦਾ ਜੀ ਕੀਤਾ ਮਾਸਟਰ ਨੂੰ ਨਿਗਾਹ ਟਿਕਾ ਕੇ ਦੇਖੀ ਜਾਏ। ਹੋਰ ਅਚਾਨਕ ਕੁਛ ਯਾਦ ਕਰਕੇ ਉੱਠ ਖੜੋਤਾ। ਹੱਦ ਹੋ ਗਈ, ਮੈਂ ਵੀ ਮੂਰਖ ਹੀ ਹਾਂ 2 ਨੰਬਰ ਦਾ। ਨਾ ਰੋਟੀ ਟੁੱਕ ਨਾ ਪਾਣੀ ਧਾਣੀ, ਬਹਿ ਗਿਆ ਤੁਹਾਡੇ ਗੋਡੇ ਮੁੱਢ। ਮਾਸਟਰ ਨੇ ਬਾਹੋਂ ਫੜ ਕੇ ਬਿਠਾਉਂਦਿਆਂ ਕਿਹਾ, ਸਾਨੂੰ ਕਾਸੇ ਦੀ ਲੋੜ ਨਹੀਂ, ਅਸੀਂ ਸਿਰਫ ਤੇਰੇ ਨਾਲ ਗੱਲਾਂ ਕਰਨ ਆਏ ਹਾਂ ਤੇ ਦਿਨ ਚੜ੍ਹਦੇ ਤੋਂ ਪਹਿਲਾਂ ਕਿਤੇ ਹੋਰ ਵੀ ਪਹੁੰਚਣਾ। ਟਾਈਮ ਘੱਟ ਹੈ, ਤੂੰ ਇੱਥੇ ਸਾਡੇ ਕੋਲ ਬੈਠ। ਨਾ ਬਈ, ਮੈਂ ਜਾਣ ਦਿੰਨਾ। ਬਸੰਤਾ ਉੱਠ ਕੇ ਫੇਰ ਖੜਾ ਹੁੰਦਾ ਬੋਲਿਆ, ਜੇ ਰੋਟੀ ਨਹੀਂ ਖਾਣੀ ਤਾਂ ਮੈਨੂੰ ਚਾਹ ਦੁੱਧ ਕੁਛ ਤਾਂ ਲਿਆਉਣ ਦਿਓ। ਤੈਨੂੰ ਜਦੋਂ ਕਹਿ ਦਿੱਤਾ ਵੀ ਕਾਸੇ ਦੀ ਲੋੜ ਨਹੀਂ, ਬਸ ਤੂੰ ਇੱਥੇ ਬੈਠ ਸਾਡੇ ਕੋਲ। ਲੋੜ ਦਾ ਕੀ ਨੰਬਰ ਆ ਬਾਈ? ਮਾਸਟਰ ਠਾਕਾ ਮਾਰ ਕੇ ਹੱਸ ਪਿਆ। ਹੱਸਦਾ ਹੱਸਦਾ ਬੋਲਿਆ, ਜੇਲ੍ਹ ਵਾਲੇ ਹੈਡ ਮਾਸਟਰ ਤੋਂ ਹਾਂ ਨੰਬਰ ਕਿੱਥੋਂ ਸਿੱਖ ਆਇਆ ਤੂੰ ਬਸੰਤਿਆ? ਬਸੰਤਾ ਸੱਚੀ ਝਿਜਕ ਗਿਆ। ਉਹਨੂੰ ਪਹਿਲਾਂ ਕਦੇ ਖਿਆਲ ਹੀ ਨਹੀਂ ਸੀ ਆਇਆ ਵੀ ਜੇਲ੍ਹ ਦਾ ਕਿੰਨਾ ਕੁਝ ਉਹ ਅਜੇ ਵੀ ਆਪਣੇ ਨਾਲ ਲਈ ਫਿਰਦਾ ਸੀ। ਪਰ ਰਤਾ ਸੰਭਲ ਕੇ ਬੋਲਿਆ, ਯਾਰ ਕੈ ਸਾਲ ਕੱਟੇ ਐ, ਐਡੀ ਛੇਤੀ ਕਿਵੇਂ ਮਗਰੋਂ ਲੈ ਜਾਣਗੇ ਉਹ ਜਮਦੂਤ ਜੀ। ਪਿਛਲੇ ਜਨਮ ਦੇ ਕਰਮਕਾਂਡ ਇਸ ਜਨਮ 'ਚ ਸਾਰੀ ਉਮਰ ਮਗਰ ਲਮਕਦੇ ਰਹਿੰਦੇ ਆ, ਤਾਂ ਜੇਲ੍ਹ ਕਿਵੇਂ ਖਹਿੜਾ ਛੱਡ ਦੂ ਐਡੀ ਛੇਤੀ? ਮਾਸਟਰ ਫੇਰ ਹੱਸ ਪਿਆ। ਸੁਭਾਅ ਅਨੁਸਾਰ ਹੀ ਧੀਮੀ ਆਵਾਜ਼ 'ਚ ਬੋਲਿਆ, ਤੈਨੂੰ ਕਰਮਾਂ ਦੀ ਗੱਲ ਕਰਨ ਦੀ ਆਦਤ ਵੀ ਅਜੇ ਨਹੀਂ ਗਈ। ਹਾਲਾਂਕਿ ਤੈਨੂੰ ਕਿੰਨੀ ਵਾਰੀ ਤਾਂ ਮੈਂ ਸਮਝਾਇਆ ਵੀ ਮਗਰਲੇ ਕਰਮ ਕੁਰਮ ਸਭ ਬਾਹਮਣਾਂ ਦਾ ਟਕਵੰਜ ਹੈ। ਉਹ ਤਾਂ ਸੁੱਤੇ ਗੱਲ ਹੋ ਗਈ। ਕਰਮਾਂ ਕੁਰਮਾਂ ਦੀ ਗੱਲ 'ਚ ਤਾਂ ਭਰੋਸਾ ਸਾਡੇ ਬਾਪੂ ਨੂੰ ਹੀ ਨਹੀਂ ਸੀ ਰਹਿਣ ਦਿੱਤਾ। ਬਾਪੂ ਨੇ ਹੀ ਨਹੀਂ ਸੀ ਰਹਿਣ ਦਿੱਤਾ। ਉਹ ਤਾਂ ਕਹਿੰਦਾ ਹੁੰਦਾ ਕਰਮ ਨਾਮ ਹੈ ਕੰਮ ਦਾ ਜਾਂ ਫਰਜ਼ ਦਾ। ਅੱਛਾ, ਤੇਰਾ ਬਾਪੂ ਵੀ ਐਸਾ ਬੰਦਾ? ਬਸੰਤੇ ਨੂੰ ਫੇਰ ਜਿਵੇਂ ਕੁਛ ਯਾਦ ਆ ਗਿਆ। ਉੱਠ ਕੇ ਬਾਹਰ ਨੂੰ ਜਾਂਦਾ ਬੋਲਿਆ, ਤੂੰ ਤਾਂ ਮਾਸਟਰ ਆਉਂਦੇ ਨਹੀਂ ਮੰਤਰ ਚਲਾਤਾ, ਮੈਨੂੰ ਗੱਲਾਂ 'ਚ ਹੀ ਲਾ ਕੇ ਚਾਹ ਪਾਣੀ ਫੇਰ ਭੁਲਾਤਾ। ਬਸ ਮੈਂ ਮਿੰਟ ਲਾਉਂ, ਤੁਸੀਂ ਸੂਤ ਹੋ ਕੇ ਬੈਠੋ।
ਮਾਸਟਰ ਨੇ ਇਸ ਵਾਰੀ ਉਹਨੂੰ ਨਹੀਂ ਰੋਕਿਆ, ਮੁਸਕਰਾ ਪਿਆ। ਫਿਰ ਸਾਰੀ ਰਾਤ ਗੱਲਾਂ ਬਾਤਾਂ ਕਰਨ ਮਗਰੋਂ ਅੱਧਾ ਕੁ ਪਹਿਰ ਸੌਂ ਕੇ ਜਦੋਂ ਵਿਦਾ ਹੋਣ ਲੱਗੇ ਤਾਂ ਬਸੰਤਾ ਬੋਲਿਆ, ਮੇਰੀ ਜਦੋਂ ਲੋੜ ਹੋਵੇ ਆਵਾਜ਼ ਮਾਰ ਲਿਓ, ਫਿਰ ਦੇਖਿਓ ਬੇਲੀ ਦੇ ਹੱਥ। ਇਦੋਂ ਵੱਧ ਮੇਰੇ 'ਚ ਦਿਮਾਗ ਹੈ ਨਹੀਂ। ਉਹ ਇਹ ਤੁਹਾਨੂੰ ਪਤਾ ਹੀ ਹੈ, ਅਸੀਂ ਤਾਂ ਜੱਟ ਬੂਟ ਬੰਦੇ ਆ, ਸਾਨੂੰ ਸਭ ਪਤਾ ਵੀ ਤੇਰਾ ਕੀ ਮੁੱਲ ਆ। ਤੈਨੂੰ ਜਿੱਥੇ ਖੜਾ ਆਤਾ ਉੱਥੇ ਤੂੰ ਸਾਡੀ ਸਭ ਦੀ ਰੱਖ ਵਿਖਾਏਂਗਾ, ਇੰਨਾ ਸਾਨੂੰ ਪਤਾ। ਤੇਰੇ ਵਰਗੇ ਹੀਰੇ ਯਾਰ ਗਲੀਆਂ 'ਚ ਨਹੀਂ ਰੁਲਦੇ ਫਿਰਦੇ। ਜਦੋਂ ਲੋੜ ਪਈ ਸਭ ਤੋਂ ਪਹਿਲਾਂ ਤੈਨੂੰ ਹੀ ਆਵਾਜ਼ ਮਾਰਾਂਗੇ, ਆ ਗਈ ਸਮਝ? ਤੇ ਉਹ ਨਿੱਕਾ ਜਿਹਾ ਠਾਕਾ ਮਾਰ ਕੇ ਹੱਸ ਪਿਆ ਤਾਂ ਮੁੱਕਦੀ ਰਾਤ ਦੇ ਤਾਰੇ ਵੀ ਛਣਕਦੇ ਲੱਗੇ। ਮਾਸਟਰ ਦਾ ਇੰਨਾ ਵਿਸ਼ਵਾਸ ਉਸ ਉੱਤੇ ਸੀ, ਇਹਦਾ ਉਹਨੂੰ ਪਹਿਲਾਂ ਨਹੀਂ ਸੀ ਪਤਾ, ਪਰ ਉਹਦੇ ਇਹਨਾਂ ਸ਼ਬਦਾਂ ਨਾਲ ਬਸੰਤੇ ਨੂੰ ਜਾਪਿਆ ਜਿਵੇਂ ਹੁਣ ਉਹਦਾ ਜਨਮ ਸਕਾਰਤ ਹੋ ਗਿਆ ਸੀ। ਉਹਨਾਂ ਨੂੰ ਰਾਹ ਤਾਈਂ ਵਿਦਾ ਕਰਨ ਗਿਆ ਵੀ ਚੁੱਪ ਨਾ ਤੋੜ ਸਕਿਆ। ਫਿਰ ਦਿਨ ਚੜੇ ਬਸੰਤੇ ਨੇ ਮੰਡੀ ਜਾਣ ਤੋਂ ਪਹਿਲਾਂ ਟਿੰਡੀ ਨੂੰ ਸੱਦ ਕੇ ਕਿਹਾ, ਅੱਜ ਮੈਂ ਮੰਡੀ ਜਾਊਂ ਮੀਣੇ ਵਾਸਤੇ ਦਵਾਈ ਲੈਣ, ਤੂੰ ਮਗਰੋਂ ਧਿਆਨ ਰੱਖੀ ਸਭ ਕਾਸੇ ਦਾ। ਤੂੰ ਜਮਾ ਫਿਕਰ ਨਾ ਕਰ ਬਾਈ, ਹੁਣ ਮੈਨੂੰ ਸਾਰੇ ਦਾ ਆ ਗਏ। ਬਸੰਤਾ ਉਹਦੀ ਗੱਲ ਸੁਣ ਕੇ ਹੱਸ ਪਿਆ। ਟਿੰਡੀ ਹੋਰ ਕੰਮ ਧੰਦੇ ਵੱਲ ਧਿਆਨ ਕੀਤੇ ਬਿਨਾਂ 10-12 ਦਿਨ ਮੀਣੇ ਦੇ ਆਲੇ ਦੁਆਲੇ ਤੁਰਿਆ ਫਿਰਿਆ। ਉਹਦਾ ਵੀ ਹੁਣ ਉਸ ਨਾਲ ਇੰਨਾ ਮੋਹ ਪੈ ਗਿਆ ਸੀ ਵੀ ਉਹਦੇ ਵੱਲ ਦੇਖ ਕੇ ਉਹਦੇ ਅੰਦਰ ਖੋਜ ਹੀ ਪੈਂਦੀ। ਜਿੱਦਾਂ ਦਾ ਪਰਸਾ ਗਿਆ ਸੀ ਮੀਣਾ ਉਦੋਂ ਦਾ ਹੀ ਸਿਰ ਸੁੱਟੀ ਪਿਆ ਸੀ, ਨਾ ਪੱਠਿਆਂ ਨੂੰ ਮੂੰਹ ਲਾਉਂਦਾ ਸੀ ਨਾ ਉੱਠਦਾ ਸੀ। ਜਿੱਥੇ ਇੱਕ ਵਾਰੀ ਬਹਿ ਗਿਆ ਉੱਥੇ ਹੀ ਬੈਠਾ ਰਿਹਾ। ਬਸੰਤੇ ਨੇ ਜੋਗੇ ਵਾਲੀ ਸਲੋਤਰੀ ਨੂੰ ਵੀ ਲਿਆਂਦਾ, ਉਹਨੇ 2 ਟੀਕੇ ਲਾਏ, ਜਾਣ ਲੱਗਿਆ 2-3 ਹੋਰ ਦਵਾਈਆਂ ਵੀ ਦੇ ਗਿਆ। 3 ਦਿਨ ਬਸੰਤਾ ਦਵਾਈ ਦਿੰਦਾ ਰਿਹਾ ਤੇ ਡਾਕਟਰ ਦੇ ਦੱਸੇ ਮੁਜਬ ਮਾਲਿਸ਼ ਵੀ ਕਰਦਾ ਰਿਹਾ, ਪਰ ਮੀਣਾ ਮੁੜ ਨਹੀਂ ਉੱਠਿਆ। ਉਹਨਾਂ ਕਾਲੇ ਕਿਆਂ ਵਾਲੇ ਕੁੰਡੇ ਨੂੰ ਵੀ ਲਿਆਂਦਾ। ਉਹਨੇ ਵੱਖੀਆਂ ਟੋਣਸਾਰ ਦੱਸਦਾ, ਭਾਈ ਕਾਕਾ ਇਹ ਬਚਦਾ ਤਾਂ ਹੈ ਨਹੀਂ, ਜੇ ਰੱਬੂ ਵਧੀ ਹੋਈ ਤਾਂ ਕੀ ਕਹਿਣੇ, ਅਸਲ 'ਚ ਇਹ ਕਾਸੇ ਦਾ ਹੇਰਵਾ ਮੰਨ ਗਿਆ। ਨਾਲੇ ਹੁਣ ਉਮਰ ਵੀ ਬਥੇਰੀ ਹੋ ਗਈ, ਫੇਰ ਵੀ ਜਬ ਤੱਕ ਸਾਸ ਤਬ ਤੱਕ ਆਸ। ਆਹ ਦਵਾਈਆਂ ਮੰਡੀਆਂ ਸੌਣ ਪਸਾਰੀ ਦਿਓ ਲਿਆ ਕੇ ਸਾਰੀਆਂ ਰਗੜ ਕੇ ਮਿੱਠੇ ਤੇਲ 'ਚ ਪੇੜੇ ਬਣਾ ਕੇ 3 ਵੇਲੇ ਦੇਈ, ਜੇ ਇਹਦੀ ਵਧੀ ਹੋਈ ਤਾਂ ਜ਼ਰੂਰ ਉੱਠ ਖੜੋ, ਜੋ ਵਾਹਿਗੁਰੂ ਨੂੰ ਮਨਜ਼ੂਰ, ਕੁਦਰਤ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ। ਉਹਦੀ ਗੱਲ ਸੁਣ ਕੇ ਟਿੰਡੀ ਦਾ ਰੋਣ ਨਿਕਲ ਗਿਆ। ਬਸੰਤਾ ਵੀ ਕੁਝ ਉਦਾਸ ਹੋ ਗਿਆ। ਕੁੰਡੇ ਦੀਆਂ ਦਸੀਆਂ ਦਵਾਈਆਂ ਲੈ ਕੇ ਬਸੰਤਾ ਮੰਡੀਓਂ ਆਥਣੇ ਮੁੜਿਆ। ਦਵਾਈਆਂ ਕੁੱਟ ਕੇ ਮਿੱਠੇ ਤੇਲ 'ਚ ਪੇੜਾ ਬਣਾ ਕੇ ਮੀਣੇ ਨੂੰ ਦੇ ਦਿੱਤਾ। ਉਹ ਵੀ ਖਾ ਗਿਆ, ਪਰ ਸਿਰ ਉਹਨੇ ਫੇਰ ਨਹੀਂ ਚੱਕਿਆ। ਉਹ 2 ਪੱਠਿਆਂ ਦਾ ਟੋਕਰਾ ਮੂਹਰੇ ਧਰਦੇ ਚੁੱਕਦੇ, ਨਿੱਘਾ ਕਰਕੇ ਪਾਣੀ ਪਿਆਉਂਦੇ, ਜਵੈਣ ਤੇਲ ਦੀ ਮਾਲਿਸ਼ ਕਰਦੇ ਤੁਰੇ ਫਿਰੇ, ਪਰ ਕੁੰਡੇ ਦੇ ਤੌਖਲੇ ਅਨੁਸਾਰ ਹੀ ਮੀਣੇ ਦੇ ਉੱਠਣ ਦੀ ਆਸ ਨਹੀਂ ਬੱਝੀ। ਰਾਤ ਦੇ ਚੌਥੇ ਪਹਿਰ ਜਦੋਂ 2 ਥੱਕ ਹਾਰ ਕੇ ਮੰਜਿਆਂ ਤੇ ਜਾ ਡਿੱਗੇ ਤਾਂ ਉਹਨਾਂ ਨੂੰ ਸੁਰਤ ਨਾ ਰਹੀ, ਪਰ ਲੋਈ ਪਾੜਦੀ ਨਾਲ ਮੀਣਾ ਮੂੰਹ ਉੱਤੇ ਦਿੱਤਾ ਝੁੱਲ ਲਾ ਕੇ ਆਪੇ ਖੜਾ ਹੋ ਗਿਆ। ਚੜ੍ਹਦੇ ਵੱਲ ਮੂੰਹ ਕਰਕੇ ਸਿਰ ਹਿਲਾਇਆ ਤਾਂ ਨਤਾਣੀਆਂ ਲੱਤਾਂ ਥਰ-ਥਰ ਕੰਬਣ ਲੱਗ ਪਈਆਂ, ਪਰ ਉਹ ਡਿੱਗਿਆ ਨਹੀਂ। ਹੌਲੀ-ਹੌਲੀ ਸਿਰ ਤਾਂ ਚੁੱਕ ਕੇ ਉਹਨੇ ਪੂਰਬ ਦੀ ਲਾਲੀ ਨੂੰ ਨਮਸਕਾਰ ਕੀਤਾ ਜਿਵੇਂ, ਤੇ ਜਦੋਂ ਮੁੜ ਨੀਵੀਂ ਪਾਈ ਤਾਂ ਸਾਰਾ ਤਾਣ ਲਾ ਕੇ ਇੱਕ ਬੜਕ ਮਾਰੀ ਤੇ ਫਿਰ ਨਾਲ ਦੀ ਨਾਲ ਚੁਫਾਲ ਡਿੱਗ ਪਿਆ। ਉਦੋਂ ਹੀ ਉਹਦੀ ਬੜਕ ਤੇ ਉਹਦੇ ਡਿੱਗਣ ਦਾ ਖੜਾਕ ਸੁਣ ਕੇ ਬਸੰਤਾ ਕਾਹਲ ਨਾਲ ਉੱਠ ਕੇ ਬਾਹਰ ਆਇਆ। ਮੀਣਾ 2 ਵਾਰ ਅਗਲੀਆਂ ਲੱਤਾਂ ਹਿਲਾ ਕੇ ਨਿੱਸਲ ਹੋ ਗਿਆ। ਧੌਣ ਪਛਾਂ ਮੁੜ ਗਈ, ਅੱਖਾਂ ਪਥਰਾ ਗਈਆਂ। ਛੋਟਾ ਬਲਦ ਉਸ ਵੱਲ ਝਾਕਦਾ ਉਦਾਸਿਆ ਜਿਹਾ ਇੱਕ ਵਾਰ ਰੰਭਿਆ, ਫਿਰ ਉਹਨੇ ਮੂੰਹ ਛਿਪਦੇ ਵੱਲ ਕਰ ਲਿਆ। ਬਸੰਤਾ ਵੀ ਸਿਰ ਨਵਾ ਕੇ ਪਰਾਂ ਚਲਾ ਗਿਆ। ਦੁਪਹਿਰੇ ਮੀਣੇ ਦੀ ਦੇਹ ਲਾਲੂ ਨੂੰ ਗੱਡੇ ਤੇ ਲਦਾਉਣ ਵੇਲੇ ਬਸੰਤੇ ਨੇ ਕਿਹਾ, ਤਾਇਆ ਇਹਦਾ ਇੱਕ ਸਿੰਗ ਸਾਨੂੰ ਜ਼ਰੂਰ ਲਿਆ ਦੇ। ਲਾਲੂ ਆਪਣੀਆਂ ਚਿਲਮ ਨਾਲ ਭੂਰੀਆਂ ਹੋਈਆਂ ਮੁੱਛਾਂ ਨੂੰ ਖੁਰਕਦਾ ਵੱਡਾ ਸਾਰਾ ਮੂੰਹ ਅੱਡ ਕੇ ਹੱਸਦਾ ਬੋਲਿਆ, ਕਿਉਂ ਨਰਸਿੰਘਾ ਬਣਾਏਗਾ ਉਹਦਾ? ਬਸੰਤੇ ਨੂੰ ਉਹਦੀ ਗੱਲ ਚੰਗੀ ਨਹੀਂ ਲੱਗੀ। ਉਹਦੇ ਤੌਰ ਤਾੜ ਕੇ ਲਾਲੂ ਆਪੇ ਹੀ ਗੰਭੀਰ ਹੋਇਆ, ਬੋਲਿਆ, ਕੋਈ ਨਹੀਂ ਲਿਆ ਦੂੰ, ਮੈਨੂੰ ਪਤਾ ਤੁਹਾਡਾ ਦੋਹਾਂ ਪਿਓ ਪੁੱਤਾਂ ਦਾ ਇਹਦੇ ਨਾਲ ਬਾਲਾ ਹੀ ਮੋਹ ਸੀ। ਪਸ਼ੂਆਂ 'ਚ ਕਿਹੜਾ ਜਾਨ ਨਹੀਂ ਹੁੰਦੀ, ਇਹ ਤਾਂ ਮਰਿਆ ਵੀ ਅਦਰੇਵੇਂ ਕਰਕੇ ਹੈ। ਜੇ ਅਸਲ ਪੁੱਛਦਾ ਹੈ ਤਾਂ ਜੇ ਤੇਰਾ ਬਾਪੂ ਨਾ ਜਾਂਦਾ ਤਾਂ ਇਹ ਮਰਦਾ ਨਹੀਂ ਸੀ ਇਸ ਤਰ੍ਹਾਂ, ਬਸ ਗਮ ਖਾ ਗਿਆ। ਹਾਂ ਇਹ ਗੱਲ ਹੈ ਭਾਈ ਕਾਕਾ, ਕਈ ਪਸ਼ੂ ਬੰਦਿਆਂ ਨਾਲੋਂ ਵੀ ਸਿਆਣੇ ਹੁੰਦੇ ਆ, ਬਸ ਇੱਕ ਬੋਲ ਹੀ ਨਹੀਂ ਸਕਦੇ। ਹਾਂ ਇਹ ਗੱਲ ਆ। ਮੀਣੇ ਮਗਰੋਂ ਘਰ ਹੀ ਜਿਵੇਂ ਸੁੰਨਾ ਹੋ ਗਿਆ। 2 ਦਿਨ ਬਸੰਤਾ ਸੁੰਨਾ ਤੁਰਿਆ ਫਿਰਿਆ। ਤੀਜੇ ਦਿਨ ਆਥਣੇ ਟਿੰਡੀ ਕੁਝ ਫਿਕਰ ਨਾਲ ਬੋਲਿਆ, ਬਾਈ ਹੁਣ ਤਾਂ ਬਲਦ ਵੀ ਹੋਰ ਲੈਣਾ ਪਊ। ਬਸੰਤੇ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੀਣੇ ਦੀ ਮੌਤ ਨਾਲ ਅਜਿਹੀ ਸਮੱਸਿਆ ਵੀ ਖੜੀ ਹੋ ਸਕਦੀ ਸੀ, ਸਗੋਂ ਹੋ ਹੀ ਗਈ ਸੀ। ਪਰਸਾ ਜਾਣ ਤੋਂ ਪਹਿਲਾਂ ਕੁਝ ਪੈਸੇ ਦੇ ਗਿਆ ਸੀ। ਇਹ ਵੀ ਕਹਿ ਗਿਆ ਸੀ ਵੀ ਜੇ ਕਦੇ ਹੋਰ ਲੋੜ ਪਏ ਤਾਂ ਬਿਰਜੂ ਆੜਤੀਏ ਤੋਂ ਫੜ ਲਿਆਵੇ, ਪਰ ਬਿਰਜੂ ਉਹਨੂੰ 1000-1500 ਕਿਵੇਂ ਦੇ ਦੂਗਾ? ਇਹਦੀ ਬਸੰਤੇ ਨੂੰ ਸਮਝ ਨਹੀਂ ਸੀ ਆ ਰਹੀ। ਬਿਰਜੂ ਕੇ ਬੜੇ ਹਿਸਾਬੀ ਕਿਤਾਬੀ ਬੰਦੇ ਸੀ, ਬਿਨਾਂ ਗਰਜ ਦੇ ਤਾਂ ਚੁੰਡੀ ਨਹੀਂ ਸੀ ਵਢਾਉਂਦੇ। ਇਸ ਗੱਲ ਨੇ ਬਸੰਤੇ ਨੂੰ ਅਜਿਹਾ ਫਿਕਰ 'ਚ ਪਾਇਆ ਵੀ ਅੱਧੀ ਰਾਤ ਤਾਈਂ ਪਿਆ ਸੋਚਦਾ ਰਿਹਾ। ਅੱਧੀ ਰਾਤ ਅਚਾਨਕ ਕਿਸੇ ਦੀ ਪੈੜ ਚਾਲ ਸੁਣੀ ਤਾਂ ਉੱਠ ਕੇ ਕੁੰਡਾ ਖੋਲ੍ਹਿਆ। ਸਾਹਮਣੇ ਟਾਹਲੀ ਹੇਠ 2 ਬੰਦੇ ਖੜੇ ਸੀ। ਕਿਹੜੇ ਹੋ ਬਈ? ਉਹਦੀ ਉੱਚੀ ਆਵਾਜ਼ ਸੁਣ ਕੇ ਪਸ਼ੂਆਂ ਵਾਲੇ ਛੱਪਰ ਹੇਠ ਪਿਆ ਟਿੰਡੀ ਵੀ ਜਾਗ ਪਿਆ। ਅੱਖਾਂ ਮਲਦਾ ਗੰਡਾਸਾ ਚੁੱਕ ਕੇ ਬਸੰਤੇ ਵੱਲ ਭੱਜ ਤੁਰਿਆ।
ਕੌਣ ਹੈ ਬਾਈ, ਕੀ ਗੱਲ ਹੈ? ਪਰ ਟਾਹਲੀ ਹੇਠਲੇ ਬੰਦਿਆਂ 'ਚੋਂ ਇੱਕ ਉਹਨਾਂ ਵੱਲ ਆਉਂਦਾ ਦੱਬਵੀਂ ਆਵਾਜ਼ 'ਚ ਹੱਸ ਪਿਆ ਤੇ ਬੋਲਿਆ, ਅਸੀਂ ਕਿਹਾ ਦੇਖੀਏ ਸਾਡਾ ਸਵਾਗਤ ਕਿਵੇਂ ਹੁੰਦਾ ਹੈ ਸਾਡੇ ਆਪਦੇ ਹੀ ਘਰੇ। ਬਸੰਤੇ ਨੇ ਆਵਾਜ਼ ਪਛਾਣ ਲਈ, ਮਾਸਟਰਾ ਤੁਸੀਂ ਕਿੱਧਰੋਂ ਆਏ ਇਸ ਵੇਲੇ? ਮਾਸਟਰ ਤੇ ਭਾਊ ਜਦੋਂ ਅਗਾਂਹ ਆਏ ਤਾਂ ਬਸੰਤਾ ਉਹਨਾਂ ਨੂੰ ਜੱਫੀਆਂ ਪਾ ਕੇ ਮਿਲਿਆ। ਟਿੰਡੀ ਚੁੱਪ ਕੀਤਾ ਪਛਾਣ ਮੁੜ ਕੇ ਆਪਣੇ ਮੰਜੇ ਤੇ ਜਾ ਪਿਆ। ਅੰਦਰ ਆ ਕੇ ਉਹਨਾਂ ਦੋਹਾਂ ਨੇ ਆਪਣੇ ਮੰਡਾਸੇ ਕੰਬਲ ਲਾ ਕੇ ਮੰਜੇ ਤੇ ਰੱਖਤੇ। ਭਾਊ ਆਪਣੇ ਚਿੱਟੇ ਚੌੜੇ ਦੰਦ ਲਿਸ਼ਕਾਉਂਦਾ, ਸੰਘਣੇ ਛੱਲੇਦਾਰ ਵਾਲਾਂ 'ਚ ਉਂਗਲਾਂ ਫੇਰਦਾ ਮੁਸਕਰਾਉਂਦਾ ਤੇਜ਼ ਅੱਖਾਂ ਨਾਲ ਉਸ ਵੱਲ ਝਾਕਿਆ ਤਾਂ ਬਸੰਤੇ ਨੂੰ ਲੱਗਿਆ ਜਿਵੇਂ ਉਹਦੀਆਂ ਨਜ਼ਰਾਂ ਪਿੰਡੇ ਵਿੱਚੋਂ ਦੀ ਆਰ ਪਾਰ ਲੰਘ ਗਈਆਂ ਹੋਣ। ਉਹਦੀ ਮੁਸਕਰਾਹਟ ਖਚਰੀ ਤੇ ਗੁੱਝੀ ਵੀ ਲੱਗਦੀ ਸੀ, ਪਰ ਦੂਜੇ ਪਾਲੀ ਨਿਰਛਲ ਤੇ ਪਵਿੱਤਰ ਜਿਹੀ ਵੀ ਲੱਗਣ ਲੱਗ ਪੈਂਦੀ। ਕੁਝ ਵੀ ਪੱਲੇ ਨਾ ਪੈਂਦਾ। ਬਸੰਤੇ ਨੇ ਕਦੇ ਛਲੇਡਾ ਨਹੀਂ ਸੀ ਦੇਖਿਆ, ਪਰ ਭਾਊ ਨੂੰ ਦੇਖ ਕੇ ਮੁਸਕਰਾ ਪਿਆ। ਮੈਂ ਪਹਿਲਾਂ ਤੁਹਾਡੇ ਵਾਸਤੇ ਚਾਹ ਧਰਾਂ, ਠੰਡਾ। ਬਸੰਤ ਸ਼ਾਇਦ ਭਾਊ ਦੀਆਂ ਤੇਜ਼ ਨਜ਼ਰਾਂ ਤੋਂ ਇਤਰਹਿ ਕੇ ਬਾਹਰ ਨਿਕਲ ਆਇਆ। ਫਿਰ ਆਪ ਹੀ ਉਹਨੂੰ ਅਜਿਹੇ ਸਹਿਮ ਜਿਹੇ ਉੱਤੇ ਹੈਰਾਨੀ ਹੋਈ ਤੇ ਮੁੜ ਮੁਸਕਰਾ ਪਿਆ। ਚਾਹ ਪੱਤੀ ਕਿਹੜੀ ਆ ਬਾਈ ਬਸੰਤਿਆ ਤੇਰੇ ਕੋਲੇ? ਉਹਦੇ ਮਗਰ ਬਿੱਲੀ ਤੋਰ ਬਾਹਰ ਆਉਂਦੇ ਭਾਊ ਨੇ ਹੌਲੀ ਜਿਹੀ ਪੁੱਛਿਆ। ਅੱਗ ਮਚਾਉਂਦਾ ਹੱਸ ਕੇ ਬੋਲਿਆ, ਤੁਹਾਡੇ ਵਾਲੀ ਉਹ ਚਾਹ ਐਤਕੀ ਤਾਂ ਹੈ ਨਹੀਂ। ਇਸ ਵਾਰੀ ਤਾਂ ਬਸ ਹੱਥ ਧੁਆ ਕੇ ਹੀ ਮੋੜੂ। ਸਾਡੇ ਜੱਟ ਬੂਟਾਂ ਕੋਲੇ ਤਾਂ ਡੱਕਿਆਂ ਵਾਲੀ ਹੁੰਦੀ ਆ, ਪਰ ਅਗਲੀ ਵਾਰੀ ਉਹ ਪਿਆਉਂ ਗ੍ਰੀਨ ਲੈਬੀ ਇਹ ਹੋਇਆ ਨਾ। ਭਾਊ ਨੇ ਆਪਣੀ ਜੇਬ 'ਚੋਂ ਇੱਕ ਪੁੜੀ ਕੱਢ ਕੇ ਫੜਾਉਂਦਿਆਂ ਕਿਹਾ, ਇਸੇ ਕਰਕੇ ਐਤਕੀ ਮੈਂ ਆਪ ਇੰਤਜ਼ਾਮ ਕਰਕੇ ਲਿਆਂਦਾ, ਆਹ ਪੈ ਲੈ। ਫਿਰ ਮੁਸਕਰਾਉਂਦਾ ਬੋਲਿਆ, ਇਹੋ ਜਿਹੀਆਂ ਸਾਡੀਆਂ ਗੱਲਾਂ ਤੈਨੂੰ ਬੁਰੀਆਂ ਤਾਂ ਨਹੀਂ ਲੱਗਦੀਆਂ? ਉਹ ਯਾਰ ਤੂੰ ਕੀ ਗੱਲ ਆਖੀ? ਬਸੰਤੇ ਨੇ ਮਿੱਠੇ ਰੋਸ ਨਾਲ ਕਿਹਾ, ਯਾਰਾਂ ਦੀ ਜਾਰੀ ਮਗਰ ਜਾਈਦਾ ਹੁੰਦਾ ਹੈ, ਉਹਨਾਂ ਦੇ ਐਬ ਦੇਖੀ ਦੇ ਆ। ਬਸ ਫਿਰ ਠੀਕ ਹੈ, ਤੂੰ ਤਾਂ ਪਹਿਲਾਂ ਹੀ ਪੜ੍ਹਿਆ ਹੋਇਆ, ਤੈਨੂੰ ਕੀ ਸੰਥਿਆ ਦੇਈਏ। ਤੇ ਭਾਊ ਉਹਦੇ ਗੋਡੇ ਮੁੱਢ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਿਆ। ਬਸੰਤੇ ਤੋਂ ਮੀਣੇ ਬਾਰੇ ਵੀ ਦੱਸਿਆ ਗਿਆ। ਭਾਊ ਸੱਚੀ ਫਿਕਰਮੰਦ ਹੋ ਗਿਆ। ਉਹਦੀ ਚਿੰਤਾ 'ਚ ਗੁੜੁੱਚ ਹੋ ਕੇ ਪਤਾ ਨਹੀਂ ਕੀ ਸਕੀਮਾਂ ਬਣਾਉਂਦਾ ਤੇ ਢੰਗ ਤਰੀਕੇ ਦੱਸਦਾ ਰਿਹਾ। ਬਸੰਤੇ ਨੂੰ ਕੁਝ ਯਾਦ ਨਹੀਂ ਰਿਹਾ, ਪਰ ਜਿੰਨਾ ਚਿਰ ਗੱਲਾਂ ਕਰਦਾ ਰਿਹਾ ਉਨਾ ਚਿਰ ਉਹਦੇ ਅੰਦਰ ਜਿਵੇਂ ਅੰਦਰ ਬਾਹਰ ਠਾਰਤਾ। ਜਦੋਂ ਚਾਹ ਵਾਲਾ ਪਤੀਲਾ ਚੁੱਕ ਕੇ ਅੰਦਰ ਲਿਆਂਦਾ, ਮਾਸਟਰ ਨੇ ਹੌਲੀ ਦੇਣੇ ਕਿਹਾ, ਹੈਂ ਬਾਈ ਬਸੰਤਿਆ, ਤੂੰ ਆ ਤਾਂ ਬਹੁਤ ਖੇਚਲ ਕੀਤੀ ਹੈ ਬਈ। ਦੇਖ ਅੱਧੀ ਰਾਤ ਨੂੰ ਚਾਹ ਧਰਨ ਬੈਠ ਗਿਆ, ਅਸੀਂ ਕੋਈ ਉੱਪਰੇ ਸੀ, ਲੋੜ ਹੁੰਦੀ ਆਪੇ ਕਰ ਲੈਂਦੇ ਹੈਂ। ਬਸੰਤਾ ਜਦੋਂ ਵੀ ਉਹਦੇ ਬੋਲ ਸੁਣਦਾ ਉਹਨੂੰ ਲੱਗਦਾ ਜਿਵੇਂ ਕੰਨਾਂ ਤੋਂ ਪੈਰਾਂ ਤੱਕ ਉਹਦਾ ਸਾਰਾ ਸਰੀਰ ਨਿੱਘਾ ਤੇ ਮਿੱਠਾ ਮਿੱਠਾ ਰਸ ਭਿੰਨਾ ਹੋ ਗਿਆ। ਜੀ ਕਰਦਾ ਉਹ ਬੋਲਦਾ ਰਹੇ। ਉਹਨੂੰ ਬਾਪੂ ਦੀ ਉਹ ਗੱਲ ਚੇਤੇ ਆਉਂਦੀ ਜਿਹੜੀ ਉਹ ਪਾਲੇ ਰਾਗੀ ਬਾਰੇ ਕਹਿੰਦਾ ਹੁੰਦਾ ਸੀ ਵੀ ਉਹਦੀ ਜੀਭ ਤੇ ਸਰਸਤੀ ਦਾ ਵਾਸ ਹੈ। ਬਈ ਵਾਹ ਬਾਈ ਜੀ, ਇਹ ਵੀ ਕੋਈ ਖੇਚਲ ਹੈ। ਧੰਨ ਭਾਗ ਤੁਸੀਂ ਆਏ ਕੀੜੇ ਦੇ ਘਰ ਭਗਵਾਨ। ਇਹ ਦਿਨ ਕੋਈ ਰੋਜ਼ ਆਉਂਦੇ ਆ। ਅਸੀਂ ਤਾਂ ਫਿਰ ਦੂਜੇ ਤੀਜੇ ਦਿਨ ਹੀ ਆ ਜਾਇਆ ਕਰਾਂਗੇ ਜੇ ਤੇਰੇ ਧੰਨ ਭਾਗ ਹੁੰਦੇ ਆ ਤਾਂ। ਨਾਲੇ ਪਤਾ ਲੱਗ ਜੂ ਵੀ ਕੀੜੀ ਭਗਵਾਨਾਂ ਦਾ ਭਾਰ ਝੱਲ ਵੀ ਲਊ ਕਿ ਨਹੀਂ। ਭਾਊ ਨੇ ਜਦੋਂ ਆਪਣੇ ਚੌੜੇ ਨੱਕ ਨੂੰ ਉਂਗਲਾਂ ਨਾਲ ਟੋਂਦਿਆਂ ਦੱਬਦਿਆਂ ਸੁਭਾਵਕ ਮੁਸਕਰਾ ਕੇ ਕਿਹਾ ਤਾਂ ਉਹਦੀਆਂ ਨਜ਼ਰਾਂ ਫੇਰ ਬਸੰਤੇ ਨੂੰ ਆਪਣੇ ਲੂੰ 'ਚ ਪੁੱਟਦੀਆਂ ਜਾਪੀਆਂ ਤੇ ਧੁੜਤੁੜੀ ਜੀ ਆ ਗਈ। ਜੀ ਸਦਕੇ ਆਓ, ਤੁਹਾਡਾ ਘਰ ਹੈ, ਲਾਂਭੇ ਨਾ ਦਿਓ। ਐ ਨਹੀਂ ਮੈਂ ਭੱਜਦਾ, ਉਹਨੇ ਦ੍ਰਿੜਤਾ ਨਾਲ ਕਿਹਾ। ਤੂੰ ਭੱਜ ਜਾਣਾ ਬਾਈ ਸਿਆ, ਇਹ ਕੋਈ ਬੰਦੇ ਦੇ ਪੁੱਤ ਦਾ ਕੰਮ ਹੈ। ਅੱਗੇ ਤੁਸੀਂ ਮੈਨੂੰ ਜਾਣਦੇ ਨਹੀਂ। ਬਸ ਫੇਰ ਠੀਕ ਹੈ, ਗੱਲ ਹੀ ਮੁੱਕ ਗਈ। ਭਾਊ ਦੀ ਆਵਾਜ਼ ਗੰਭੀਰ ਸੀ, ਪਰ ਮਾਸਟਰ ਨਹੀਂ ਬੋਲਿਆ। ਬਸੰਤੇ ਨੂੰ ਗਲਾਸਾਂ 'ਚ ਚਾਹ ਪਾਉਂਦਿਆਂ ਵੇਖਦਾ ਰਿਹਾ। ਜਦੋਂ ਉਹਨੇ ਚਾਹ ਦੇ ਗਲਾਸ ਫੜਾਏ ਤਾਂ ਮਾਸਟਰ ਮੁਸਕਰਾਉਂਦਾ ਭਾਊ ਵੱਲ ਇਸ਼ਾਰਾ ਕਰਕੇ ਬੋਲਿਆ, ਤੈਨੂੰ ਬਸੰਤੇ ਇਹਦੀ ਗੱਲ ਦਾ ਪੂਰਾ ਮਤਲਬ ਸਮਝ ਆ ਗਿਆ? ਬਸੰਤਾ ਮਾਸਟਰ ਵੱਲ ਸਿੱਧਾ ਝਾਕਿਆ, ਫਿਰ ਦੋਹਾਂ ਦੇ ਚਿਹਰਿਆਂ ਨੂੰ ਜਾਂਚ ਕੇ ਬੋਲਿਆ, ਤੁਹਾਡਾ ਖਿਆਲ ਹੈ ਬਈ ਸਾਨੂੰ ਪੇਂਡੂਆਂ ਨੂੰ ਇੰਨੀ ਗੱਲ ਵੀ ਸਮਝ ਨਹੀਂ ਆਉਂਦੀ? ਤੁਸੀਂ ਸ਼ਹਿਰੀਏ ਬਾਹਲੇ ਚਤਰ ਹੁੰਦੇ ਹੋ। ਸ਼ਹਿਰੀਏ ਚਤਰ ਤਾਂ ਪਤਾ ਨਹੀਂ ਕਿੰਨੇ ਕੁ ਹੁੰਦੇ ਆ, ਪਰ ਪੇਂਡੂਆਂ ਨਾਲੋਂ ਚਲਾਕ ਜ਼ਰੂਰ ਬਾਹਲੇ ਹੁੰਦੇ ਆ। ਮਾਸਟਰ ਗੱਲ ਵਿੱਚੋਂ ਹੀ ਆਵਾਜ਼ ਕੱਢਦਾ ਪਲਾਤਾ ਜਿਹਾ ਹੱਸਿਆ। ਚਲੋ ਫਿਰ ਜਦੋਂ ਮੌਕਾ ਪਿਆ ਤੁਹਾਡੀ ਚਲਾਕੀ ਵੀ ਦੇਖ ਲਾਂਗੇ। ਭਾਊ ਖਚਰੀ ਜੀ ਹਾਸੀ ਹੱਸਦਾ ਰਿਹਾ, ਪਰ ਜਦੋਂ ਚਾਹ ਦਾ ਗਲਾਸ ਮੂੰਹ ਨੂੰ ਲਾਇਆ ਤਾਂ ਉਹਨੇ ਮੂੰਹ ਕਸਾਲਾ ਜਿਹਾ ਕਰ ਲਿਆ। ਬਸੰਤੇ ਨੂੰ ਲੱਗਿਆ ਸ਼ਾਇਦ ਉਹ ਤੋਂ ਮਿੱਠਾ ਬਹੁਤਾ ਪੈ ਗਿਆ ਸੀ। ਭਾਊ ਨੇ ਚੁੱਲ੍ਹੇ ਮੂਹਰੇ ਗੱਲਾਂ ਕਰਦਿਆਂ ਉਹਨੂੰ ਕਈ ਵਾਰ ਯਾਦ ਕਰਾਇਆ ਸੀ ਵੀ ਮਿੱਠਾ ਘੱਟ ਪਾਏ। ਫਿਰ ਸਾਰੀ ਰਾਤ ਹੀ ਉਹਨਾਂ ਦੀ ਗਿਆਨ ਗੋਸ਼ਟ ਚੱਲਦੀ ਰਹੀ। ਦਿਨ ਚੜ੍ਹਨੋਂ ਪਹਿਲਾਂ ਹੀ ਉਹ ਚਲੇ ਗਏ, ਪਹਿਰ ਦੇ ਤੜਕੇ। ਟਿੰਡੀ ਤੜਕੇ ਉੱਠਣ ਸਾਰ ਪੁੱਛਣ ਲੱਗਿਆ ਵੀ ਰਾਤ ਵਾਲੇ ਬੰਦੇ ਕਿਹੜੇ ਪਿੰਡੋਂ ਸੀ? ਇੱਕ ਤਾਂ ਰਾਮਪੁਰੇ ਤੋਂ ਸੀ ਤੇ ਦੂਜਾ ਪਤਾ ਨਹੀਂ, ਉਹਦੇ ਪਿੰਡ ਦਾ ਨਹੀਂ ਪਤਾ। ਤੜਕੇ ਉੱਠ ਵੀ ਗਏ, ਐਡੀ ਕਾਹਲੀ ਕਾਹਦੀ ਸੀ? ਆਏ ਸੀ ਤਾਂ ਇੱਕ ਦੋ ਦਿਨ ਰਹਿੰਦੇ, ਅੱਗੇ ਵੀ ਰਾਤ ਰਹਿ ਕੇ ਹੀ ਚੋਰਾਂ ਵਾਂਗੂ ਮੁੜ ਗਏ ਸੀ। ਕੰਮ ਸੀ ਜ਼ਰੂਰੀ, ਉਹਨਾਂ ਨੇ ਗਾਹਾਂ ਕਿਤੇ ਜਾਣਾ ਸੀ। ਪਰ ਟਿੰਡੀ ਨੂੰ ਲੱਗਿਆ ਬਸੰਤਾ ਉਸਦੇ ਕੋਲੋਂ ਕੋਈ ਗੱਲ ਲੁਕਾ ਰਿਹਾ ਸੀ। ਅੱਧੀ ਰਾਤ ਆ ਕੇ ਉਹ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਕਿਉਂ ਤੁਰ ਗਏ? ਕਿਤੇ ਮਾੜੇ ਬੰਦੇ ਤਾਂ ਨਹੀਂ? ਉਹਨੇ ਕਈ ਵਿੰਗੇ ਟੇਢੇ ਢੰਗ ਨਾਲ ਉਹਨਾਂ ਬਾਰੇ ਜਾਣਨ ਦਾ ਯਤਨ ਕੀਤਾ, ਪਰ ਬਸੰਤੇ ਨੇ ਕੋਈ ਰਾਹ ਨਾ ਦਿੱਤਾ। ਟਿੰਡੀ ਚੁੱਪ ਕਰ ਗਿਆ। 15 ਕੁ ਦਿਨਾਂ ਮਗਰੋਂ ਇੱਕ ਰਾਤ
ਇੱਕ ਦਿਨ ਰਾਤ ਦੇ ਪਹਿਲੇ ਪਹਿਰ ਉਹ ਫੇਰ ਆ ਗਏ। ਐਤਕੀ 3 ਜਣੇ ਸੀ। ਉਦੋਂ ਬਸੰਤੇ ਨੇ ਉਹਨਾਂ ਨੂੰ ਰੋਟੀਆਂ ਵੀ ਪਕਾ ਕੇ ਖਵਾਈਆਂ। ਫਿਰ ਉਹ ਅੰਦਰੋਂ ਕੁੰਡਾ ਅੜਾ ਕੇ ਸਾਰੀ ਰਾਤ ਹੀ ਗੱਲਾਂ ਕਰਦੇ ਰਹੇ। ਟਿੰਡੀ ਪਸ਼ੂਆਂ ਦੇ ਝੁੱਲ ਸੂਤ ਕਰਨ ਜਾਂ ਗੋਹਾ ਹਟਾਉਣ ਦੇ ਬਹਾਨੇ ਕਈ ਵਾਰੀ ਉੱਠਿਆ, ਪੋਲੇ ਪੋਲੇ ਪੈਰੀ ਤਖਤਿਆਂ ਦੀਆਂ ਵੇਲਾਂ ਨਾਲ ਕੰਨ ਲਾ ਕੇ ਕੁਝ ਗੱਲਾਂ ਵੀ ਸੁਣ ਆਇਆ, ਪਰ ਕਿਸੇ ਗੱਲ ਦੀ ਸਮਝ ਨਾ ਪਈ। ਜਦੋਂ ਪਹਿਲਾਂ ਵਾਂਗ ਮੂੰਹ ਨੇਰੇ ਉਹ ਜਾਣ ਲੱਗੇ ਤਾਂ ਟਿੰਡੀ ਪਸ਼ੂਆਂ ਨੂੰ ਪੱਠੇ ਪਾਉਣ ਲਈ ਟੋਕਰੀ ਚੁੱਕੀ ਆਉਂਦਾ ਬੋਲਿਆ, ਬਾਈ ਜੀ ਮੇਰੀ ਵੀ ਸਤਿ ਸ੍ਰੀ ਅਕਾਲ। ਬਸੰਤੇ ਆਏ ਮੁੰਡਾ ਬਈ? ਭਾਊ ਨੇ ਉਸ ਵੱਲ ਝਾਕਦਿਆਂ ਗੁੱਜੀ ਰਮਜ਼ ਨਾਲ ਪੁੱਛਿਆ। ਆਪਣਾ ਸੀਰੀ ਹੈ ਮੇਰਾ ਛੋਟਾ ਭਾਈ। ਟਿੰਡੀ ਉੱਕ ਗਏ, ਇਹਨੂੰ ਵੀ ਸੱਦ ਲੈਣਾ ਸੀ ਰਾਤ। ਇਹ ਥੋੜਾ ਜਿਹਾ ਕੁਛ ਖੁੰਡਾ ਬੰਦਾ ਹੈ, ਤੇਜ਼ ਨਹੀਂ। ਆਪਾਂ ਸਾਣ ਤੇ ਲਾ ਕੇ ਤਿੱਖਾ ਕਰ ਦਿਆਂਗੇ। ਭਾਊ ਨੇ ਟਿੰਡੀ ਨੂੰ ਸੁਣਾ ਕੇ ਕਿਹਾ, ਲੈ ਅਗਲੀ ਵਾਰੀ ਇਹਨੂੰ ਵੀ ਦਿੰਨੇ ਆ ਦੀਕਸ਼ਾ। ਫਿਰ ਮਹੀਨੇ ਅੰਦਰ ਅੰਦਰ ਉਹਨਾਂ ਨੇ 3 ਗੇੜੇ ਹੋਰ ਮਾਰੇ। 3 ਵਾਰੀ ਰਾਤ ਨੂੰ ਆਏ ਤੇ ਸੂਰਜ ਚੜ੍ਹਦੇ ਤੋਂ ਪਹਿਲਾਂ ਹੀ ਚਲੇ ਗਏ। ਹੁਣ ਟਿੰਡੀ ਨੂੰ ਵੀ ਉਹ ਸੱਦ ਲੈਂਦੇ, ਪਰ ਉਹਨੂੰ ਉਹਨਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦੀਆਂ। ਕੋਈ ਗੱਲ ਹੀ ਪੱਲੇ ਪੈਂਦੀ ਸੀ। ਉਂਝ ਬੰਦੇ ਤੇ ਗੱਲਾਂ ਚੰਗੇ ਜ਼ਰੂਰ ਲੱਗਦੇ ਸੀ। ਬਸੰਤਾ ਕਈ ਦਿਨ ਚੁੱਪ ਕੀਤਾ ਤੁਰਿਆ ਫਿਰਿਆ। ਸਾਰਾ ਕੰਮ ਕੱਲਾ ਟਿੰਡੀ ਕਰਦਾ ਰਿਹਾ। ਉਹ ਜਾਂ ਪਸ਼ੂਆਂ ਨੂੰ ਸਾਂਭਦਾ ਜਾਂ ਧੁੱਪੇ ਖੇਸ ਤਾਣ ਕੇ ਖਾਲ ਕੋਲ ਪਿਆ ਰਹਿੰਦਾ। ਚੌਥੇ ਪੰਜਵੇਂ ਦਿਨ ਟਿੰਡੀ ਨੇ ਪੁੱਛਿਆ, ਬਾਈ ਕੁਛ ਦੁਖਦਾ? ਨਹੀਂ, ਕਿਉਂ? ਫਿਰ ਤੂੰ ਐਂ ਪਿਆ ਰਹਿਣਾ ਕੀੜਿਆਂ ਵਾਲੇ ਕੁੱਤੇ ਵਾਂਗੂ। ਆਪਾਂ ਅਜੇ ਕਣਕ ਪਾਲਣੀ ਹੈ। ਬਾਬਾ ਉਧਰ ਕਿਧਰੇ ਜਾ ਕੇ ਛਿਤਮ ਹੋ ਗਿਆ, ਮੁੜ ਕੇ ਬੱਤੀ ਨਹੀਂ ਬਾਈ। ਐਂ ਕਿਵੇਂ ਸਰੂ? ਫਿਰ ਬਸੰਤਾ ਉੱਠ ਕੇ ਬਹਿ ਗਿਆ। ਗੱਲ ਤਾਂ ਤੇਰੀ ਠੀਕ ਹੈ, ਬੜੇ ਕਰਾਰ ਨਾਲ ਬੋਲਦਾ ਹੱਸ ਪਿਆ। ਲੈ ਫਿਰ ਖਾਲਸਾ ਤਿਆਰ ਹੈ, ਬੋਲ ਕੰਮ ਦੱਸ ਕੀ ਕਰਨਾ? ਟਿੰਡੀ ਹੈਰਾਨ ਹੋ ਕੇ ਉਸ ਵੱਲ ਘੂਰਦਾ ਬੋਲਿਆ, ਕੰਮ ਤੂੰ ਮੈਨੂੰ ਦੱਸਣਾ ਕਿ ਤੈਨੂੰ ਮੈਂ ਦੱਸੂਗਾ? ਨਹੀਂ, ਦੋਏ ਇੱਕ ਦੂਜੇ ਨੂੰ ਦੱਸਾਂਗੇ, ਪੁੱਛਾਂਗੇ। ਹੁਣ ਇਹ ਅੱਡ ਹੋਣ ਵਾਲੀਆਂ ਗੱਲਾਂ ਨਾ ਕਰ। ਤੂੰ ਸਮਝ ਵੀ ਆਪਾਂ ਦੋਏ ਆੜੀ ਤੇ ਸਕੇ ਭਰਾ ਬਰੋਬਰ ਦੇ ਹਿੱਸੇਦਾਰ। ਛੱਡ ਬਾਈ, ਕੀ ਜਬਲੀਆਂ ਮਾਰਦਾ ਤੂੰ? ਕੰਮ ਕਰ ਉੱਠ ਕੇ, ਜੇ ਕਰਨਾ ਤਾਂ। ਮੂੰਹ ਵੱਟ ਕੇ ਟਿੱਡੀ ਪਰਾਂ ਤੁਰ ਚੱਲਿਆ, ਪਰ ਬਸੰਤੇ ਨੇ ਉਹਨੂੰ ਬਾਹੋਂ ਫੜ ਕੇ ਮੰਜੇ ਤੇ ਬਿਠਾ ਲਿਆ। ਐਂ ਗੱਲ ਆ ਬਾਈ ਟਿੰਡੀ, ਮੈਂ ਕੋਈ ਐਵੇਂ ਨਹੀਂ ਕਹਿੰਦਾ। ਆਪਾਂ ਹਾਂ ਹੀ ਬਰਾਬਰ ਦੇ ਹਿੱਸੇਦਾਰ, ਨਾ ਮੈਂ ਮਾਲਕ ਨਾ ਤੂੰ ਸੀਰੀ। ਕਿਹੜੇ ਹਿਸਾਬ ਨਾਲ? ਹਿਸਾਬ ਕੀ ਹੁੰਦਾ? ਤੂੰ ਵੀ ਕੰਮ ਕਰਦਾ, ਜ਼ਮੀਨ ਨਾ ਮੇਰੇ ਨਾ ਤੇਰੀ, ਨਾ ਮੇਰੀ ਨਾ ਤੇਰੀ। ਜ਼ਮੀਨ ਸਮਝ ਲੈ ਬਾਪੂ ਦੀ ਆ। ਫਿਰ ਆਪਾਂ ਕੀ ਹੋਏ? ਚਾਹੇ ਹਿੱਸੇਦਾਰ ਸਮਝ ਲੈ, ਚਾਹੇ ਦੋਹਾਂ ਨੂੰ ਬਾਪੂ ਦੇ ਸੀਰੀ ਕਹਿ ਲਾ। ਆ ਗਈ ਸਮਝ ਗੱਲ ਕਿ ਨਹੀਂ? ਟਿੰਡੀ ਨੂੰ ਐਵੇਂ ਭਕਾਈ ਕਰਦਾ ਲੱਗਿਆ, ਇਸੇ ਲਈ ਕਸੈਲਾ ਜਿਹਾ ਮੂੰਹ ਕਰਕੇ ਬਾਂਹ ਛਡਾ ਕੇ ਪਰਾਂ ਨੂੰ ਤੁਰ ਗਿਆ। ਬਸੰਤਾ ਉਹਦੇ ਵੱਲ ਝਾਕਦਾ ਪਹਿਲਾਂ ਉੱਥੇ ਹੀ ਬੈਠਾ ਮੁਸਕਰਾਈ ਗਿਆ, ਫਿਰ ਖੇਸ ਵਗਾ ਕੇ ਪਰਾਂ ਸੁੱਟਦਿਆਂ ਟਿੰਡੀ ਦੇ ਮਗਰੇ ਤੁਰ ਗਿਆ। ਅੱਜ ਫੇਰ ਡਾਕੀਆ 2 ਲਿਫਾਫੇ ਦੇ ਗਿਆ। ਇੱਕ ਉਹ ਨੀਲੀਆਂ ਲਾਲ ਧਾਰੀਆਂ ਵਾਲਾ ਤੇ ਦੂਜਾ ਮੈਲਾ ਜਿਹਾ ਖੱਟੇ ਰੰਗ ਦਾ। ਪਹਿਲਾਂ ਲਾਲ ਧਾਰੀਆਂ ਵਾਲਾ ਖੋਲਿਆ, ਵਿੱਚੋਂ ਚਿੱਟਾ ਦੁੱਧ ਪਤਲਾ ਕਾਗਜ਼ ਨਿਕਲਿਆ। ਜੇਲ੍ਹ 'ਚ ਕੀਤੇ ਪੜ੍ਹਨ ਦੇ ਅਭਿਆਸ ਕਰਕੇ ਬਸੰਤੇ ਨੇ ਉਹ ਪੜ੍ਹ ਲਿਆ, ਪਰ ਸਰਨਾਮਾ ਨਹੀਂ ਪੜ੍ਹਿਆ ਗਿਆ। ਅੰਗਰੇਜ਼ੀ 'ਚ ਲਿਖਿਆ ਸੀ। ਜੇਠੇ ਨੇ ਗੱਲ ਇੰਨੀ ਲਿਖੀ ਸੀ ਵੀ ਉਹਦੀ ਇੱਥੇ ਵਿਆਹ ਕਰਵਾ ਕੇ ਰਹਿਣ ਦੀ ਸਲਾਹ। ਅਖੀਰ 'ਚ ਲਿਖਿਆ ਸੀ, ਬਾਪੂ ਜੀ ਮੈਨੂੰ ਆਸ਼ੀਰਵਾਦ ਤੇ ਆਗਿਆ ਦਿਓ ਤਾਂ ਜੋ मैं अपने इस मिशन में कामयाब हो सकां जी। आप जी का बहुत ਧੰਨਵਾਦੀ ਹੋਊਂਗਾ ਜੀ। ਬਸੰਤਾ ਚਿੱਠੀ ਪਾਸੇ ਰੱਖ ਕੇ ਹੱਸ ਪਿਆ। ਭਾਲਦਾ ਬਾਪੂ ਤੋਂ ਆਸ਼ੀਰਵਾਦਾਂ। ਸੁਭਾਵਕ ਹੀ ਉਹਦੇ ਮੂੰਹ ਨਿਕਲਿਆ, ਜਿਵੇਂ ਤੈਥੋਂ ਸੂਤ ਬੈਠਦਾ। ਆਪਦੀ ਗੁੱਲੀ ਦਾਣੇ ਪਾ ਲੈ। ਬਾਪੂ ਤੋਂ ਤੂੰ ਹੁਣ ਡੋਕੇ ਲੈਣੇ ਆ। ਮਸਾ ਤਾਂ ਉਹ ਤੋਂ ਖਹਿੜਾ ਛਡਾ ਕੇ ਭੱਜੇ ਹੋ ਇੱਥੋਂ ਦੋਏ। ਹੁਣ ਬਾਪੂ ਦਾ ਕਾਹਦਾ ਹੇਰਵਾ? ਆਪਦੀ ਐਸ਼ ਕਰੋ, ਬੁੱਲੇ ਲੁੱਟੋ। ਤੇ ਦੂਜੇ ਲਿਫਾਫੇ 'ਚ ਕਾਪੀ ਦੇ ਲਕੀਰਾਂ ਵਾਲੇ ਕਾਗਜ਼ ਤੇ ਲਿਖੀ ਚਿੱਠੀ ਸੀ। ਨਾ ਕੋਈ ਤਰੀਕ, ਨਾ ਪਿੰਡ ਦਾ ਸਰਨਾਮਾ। ਮੋਟੇ ਅੱਖਰਾਂ 'ਚ ਸਿਰਫ 3-4 ਪੰਕਤੀਆਂ ਲਿਖੀਆਂ ਸੀ। ਸੰਬੋਧਨ ਵੀ ਪਤਾ ਨਹੀਂ ਕਿਹਨੂੰ ਕੀਤੀ ਸੀ। ਲਿਖਣ ਵਾਲੇ ਦਾ ਨਾਂ ਵੀ ਕਿਤੇ ਨਹੀਂ ਸੀ। ਪੜ੍ਹਨ ਲੱਗ ਪਿਆ। ਲਿਖਿਆ ਸੀ, ਮੇਰੀ ਰਾਮਸਤ ਪ੍ਰਵਾਨ ਕਰਨੀ ਜੀ। ਤੂੰ ਹੁਣ ਘਰੇ ਆ ਗਿਆ ਹੈ ਜੀ। ਮੈਨੂੰ ਗੁਆਂਢੀਆਂ ਦੇ ਪ੍ਰਾਹੁਣੇ ਪੂਰਨ ਨੇ ਦੱਸਿਆ ਜੀ। ਮੈਂ ਉਹਦੇ ਹੱਥ ਤੈਨੂੰ ਸੁਨੇਹਾ ਵੀ ਭੇਜਿਆ ਸੀ ਜੀ, ਪਰ ਕੋਈ ਉੱਤਰ ਨਾ ਦਿੱਤਾ। ਹੁਣ ਮੈਨੂੰ ਮਹੀਨਿਓਂ ਅੰਦਰ ਤੂੰ ਨਾ ਲੈ ਕੇ ਗਿਆ ਤਾਂ ਮੈਂ ਤੇਰੇ ਸਿਰ ਚੜ੍ਹ ਕੇ ਮਰ ਜੂ। ਮੈਂ ਹੋਰ ਕਿਤੇ ਨਹੀਂ ਜਾਣਾ, ਇਹ ਮੇਰਾ ਸੰਕਲਪ ਹੈ ਜੀ। ਤੇ ਜੇ ਤੂੰ ਕਹੇ ਤਾਂ ਮੈਂ ਆਪ ਆ ਜੂ, ਪਰ ਸਭ ਕੁਝ ਸਾਂਭਣਾ ਤੈਨੂੰ ਪਊ ਜੀ। ਬਾਪੂ ਜੀ ਨੂੰ ਮੇਰੀ ਚਰਨ ਬੰਦਨਾ ਜੀ। ਚਿੱਠੀ ਪੜ੍ਹਨ ਮਗਰੋਂ ਉਹਨੇ ਕਾਹਲ ਨਾਲ ਟਿੱਡੀ ਨੂੰ ਆਵਾਜ਼ ਮਾਰੀ, ਪਰ ਉਹਨੂੰ ਹੌਲੀ ਤੁਰਦਾ ਵੇਖ ਕੇ ਚਿੱਤ ਕਾਹਲਾ ਪੈ ਗਿਆ। ਉਹ ਚੱਜ ਨਾਲ ਤੁਰ ਪੈ ਤਾਇਆ, ਧਰਨ ਤਾਂ ਨਹੀਂ ਪਈ। ਉਹਨੇ ਖਿੱਝ ਕੇ ਕਿਹਾ, ਤੁਰਿਆ ਤਾਂ ਹੋਣਾ ਬਾਈ। ਟਿੰਡੀ ਵੀ ਔਖਾ ਜਿਹਾ ਬੋਲਿਆ, ਜਾਂ ਭੱਜ ਕੇ ਪਿੰਡੋਂ ਪੂਰਨ ਨੂੰ ਸੱਦ ਕੇ ਲਿਆ। ਕਿਹੜੇ ਪੂਰਨ ਨੂੰ? ਉਹ ਸਾਡੇ ਘਰਾਂ ਵਾਲਾ ਬੋਬੀ ਕਾ ਪੂਰਨ। ਉਹ ਤੋਂ ਕੀ ਧਾਰ ਕਢਾਉਣੀ ਆ? ਤੈਨੂੰ ਮੈਂ ਕਹਿਣਾ ਛੇਤੀ ਜਾ, ਲੱਗਦਾ ਕੁਛ ਧਾਰ ਕਢਾਉਣ ਦਾ। ਟਿੰਡੀ ਵੀ ਔਖਾ ਜਿਹਾ ਹੋ ਕੇ ਬੋਲਿਆ, ਤੇ ਇੱਧਰਲਾ ਕੰਮ ਮੇਰਾ ਪਿਓ ਕਰੂ। ਉਹ ਮੈਨੂੰ ਕਹੀ ਫੜਾ, ਮੈਂ ਜਾਣਾ। ਉਹਦੇ ਕੋਲੋਂ ਕਹੀ ਫੜਦਿਆਂ ਬਸੰਤੇ ਨੇ ਕਿਹਾ, ਤੂੰ ਹੁਣ ਜਾਂਦਾ ਰਹਿ ਛੇਤੀ। ਸੁਣਿਆ? ਟਿੰਡੀ ਸੁਣਿਆ ਤਾਂ ਦੇ ਆਇਆ, ਪਰ ਪੂਰਨ ਤੁਰਤ ਨਹੀਂ ਆਇਆ।
ਕਹਿ ਤਾਂ ਕਿ ਆਥਣੇ ਆਊਗਾ। ਪਹਿਲਾਂ ਮਨ 'ਚ ਇੰਨੀ ਕਾਹਲ ਪੈਦਾ ਹੋਈ ਕਿ ਪੂਰਨ ਕੋਲ ਆਪ ਜਾਣ ਨੂੰ ਦਿਲ ਕੀਤਾ। ਫਿਰ ਇਹ ਕਾਹਲ ਬਹੁਤ ਓਪਰੀ ਲੱਗੀ, ਪਰ ਬੇਚੈਨੀ ਸਗੋਂ ਵੱਧਦੀ ਗਈ। ਪੂਰਨ ਆਥਣੇ ਆਉਂਦਿਆਂ ਹੀ ਬੋਲਿਆ, ਕਿਉਂ ਬਈ, ਹੁਣ ਮੇਰੀ ਖੋਟੇ ਪੈਸੇ ਦੀ ਕੀ ਲੋੜ ਪੈ ਗਈ? ਪੂਰਨ ਨੇ ਭਾਵੇਂ ਹੱਸ ਕੇ ਕਿਹਾ, ਪਰ ਉਹਦੇ ਬੋਲ 'ਚ ਚੋਭ ਤਾਂ ਸਾਫ਼ ਸੀ। ਆ ਤੇਰੇ ਜਿਹੜੇ ਕੰਡੇ ਬੀਜੇ ਆ ਉਹ ਚੁਗਾਉਣੇ ਆ, ਹੋਰ ਮੈਂ ਤੈਥੋਂ ਕੀ ਵੇਦ ਪੜਾਉਣੇ ਆ? ਕਿਹੜੇ ਕੰਡੇ? ਬਸੰਤੇ ਨੇ ਚਿੱਠੀ ਦੀ ਸਾਰੀ ਗੱਲ ਦੱਸਦੀ। ਫਿਰ ਹੁਣ ਮੈਂ ਕੀ ਕਰਾਂ? ਪੂਰਨ ਨੇ ਮੱਥੇ ਤਿਉੜੀਆਂ ਪਾਉਂਦਿਆਂ ਕਿਹਾ, ਤੂੰ ਬਾਈ ਇੰਨਾ ਕੰਮ ਕਰ, ਉਹਨੂੰ ਤੁਰੰਤ ਸੁਨੇਹਾ ਪਹੁੰਚਾ ਦੇ ਵੀ ਮੱਸਿਆ ਤਾਈਂ ਅਟਕ ਜੇ, ਫਿਰ ਮੈਂ ਆਪੇ ਕੋਈ ਇੰਤਜ਼ਾਮ ਕਰੂੰ। ਆ ਗਈ ਹੁਣ ਸੁਰਤ ਟਿਕਾਣੇ? ਹੁਣ ਤੂੰ ਚੋਕਰਾਂ ਨਾ ਲਾ, ਸਿੱਧੀ ਗੱਲ ਕਰ ਬਈ ਜਾ ਸਕਦਾ ਕਿ ਨਹੀਂ? ਜਾਣ ਨੂੰ ਅਖੀਰ ਜਾਊਂਗਾ ਹੀ, ਆਪਣੀ ਪੂਰੀ ਆਕੜ ਵਿਖਾਉਂਦਿਆਂ ਉਹਨੇ ਕਿਹਾ ਤੇ ਵਾਅਦਾ ਕਰ ਚੱਲਿਆ ਗਿਆ ਕਿ 1-2 ਦਿਨਾਂ ਤਾਈਂ ਉਹਦਾ ਸੁਨੇਹਾ ਪਹੁੰਚਾ ਦਊਗਾ। ਰੱਬ ਸਬੱਬੀ ਤੀਜੇ ਚੌਥੇ ਦਿਨ ਹੀ ਮਾਸਟਰ ਤੇ ਭਾਊ ਆ ਗਏ। ਬਸੰਤੇ ਨੇ ਰਾਤ ਨੂੰ ਸਾਰੀ ਗੱਲ ਦੱਸ ਕੇ ਕਿਹਾ, ਬਾਪੂ ਹਰਦੁਆਰੋਂ ਨਹੀਂ ਮੁੜਿਆ, ਪਤਾ ਨਹੀਂ ਕਿਹੜੇ ਭੋਰੇ 'ਚ ਪੈ ਕੇ ਤਪੱਸਿਆ ਕਰਨ ਲੱਗ ਪਿਆ। ਉਹ ਤੋਂ ਬਿਨਾਂ ਸਲਾਹ ਕਿਹਦੇ ਨਾਲ ਕਰਾਂ? ਮੈਂ ਤਾਂ ਯਾਰ ਉਹੀ ਬੌਂਦਲਿਆ ਫਿਰਦਾ, ਇਹੋ ਜਿਹੇ ਵੇਲੇ ਕੁਝ ਸੁੱਝਦਾ ਹੀ ਨਹੀਂ, ਮੇਰੀ ਮੱਤ ਹੀ ਮੋਟੀ ਆ। ਸਲਾਹ ਨੂੰ ਕੀ ਹੈ? ਭਲੇ ਕੰਮਾਂ ਦੀ ਕਾਹਦੀ ਸਲਾਹ ਹੁੰਦੀ ਹੈ? ਤੂੰ ਕੇਰਾ ਉਹਨੂੰ ਕਚਹਿਰੀ 'ਚ ਪਹੁੰਚਾ ਦੀ, ਫਿਰ ਬਿਆਨ ਕਰਾਉਣੇ ਸਾਡਾ ਕੰਮ ਰਿਹਾ। ਭਾਊ ਨੇ ਅੱਖਾਂ ਫਰਕਾਉਂਦਿਆਂ ਮੁਸਕਰਾਉਂਦਿਆਂ ਕਿਹਾ, ਜਦੋਂ ਇਹ ਇੱਥੇ ਆ ਗਈ ਫਿਰ ਕਿਸੇ ਦੀ ਸੱਤਿਆ ਕੀ ਹੈ ਵੀ ਤੁਹਾਡੀ ਹਵਾ ਬੰਨੀ ਝਾਕ ਜੇ? ਅੱਬਲ ਤਾਂ ਤੇਰੇ ਹੀ ਨੇੜੇ ਨਹੀਂ ਕੋਈ ਲੱਗਦਾ, ਤੇ ਜੇ ਕੋਈ ਹੇਠ ਉੱਤੇ ਹੋਇਆ ਤਾਂ ਅਸੀਂ ਫਿਰ ਇੰਨੇ ਜੋਗੇ ਵੀ ਨਹੀਂ। ਪੂਰਨ ਦੀ ਵਹੁਟੀ ਪੇਕੇ ਹੀ ਸੀ, ਉਹਨੂੰ ਗੂੰਗੀ ਨੇ ਆਪ ਸਾਰੀ ਗੱਲ ਦੱਸ ਵੀ ਦਿੱਤੀ। ਕਹਿ ਦਿੱਤਾ ਵੀ ਤਰੀਕ ਦੱਸੋ, ਜਦੋਂ ਕਹੇ ਮੈਂ ਉੱਥੇ ਪਹੁੰਚ ਜਾਊਂ। ਪੂਰਨ ਜਾਣਸਾਰ ਸਾਰੀ ਗੱਲ ਪੁੱਛ ਦੱਸ ਕੇ ਮੰਡੀ ਜਾਣ ਦਾ ਬਹਾਨਾ ਲਾ ਕੇ ਪਿੰਡ ਮੁੜ ਆਇਆ। ਆ ਕੇ ਬਸੰਤੇ ਨੂੰ ਕਿਹਾ, ਹੁਣ ਤੂੰ ਪੱਕੀ ਤਰੀਕ ਦੱਸ, ਉਹ ਆਪੇ ਆਊ, ਜਿੱਥੇ ਕਹੇ ਉੱਥੇ ਪਹੁੰਚ ਜੂ। ਬਚਨਾਂ ਦੀ ਪੂਰੀ ਹੈ, ਭੋਰਾ ਨਹੀਂ ਕਿਸੇ ਤੋਂ ਡਰਦੀ। ਬਸੰਤਾ ਫਿਰ ਦੁਚਿੱਤੀ 'ਚ ਪੈ ਗਿਆ, ਕੱਲ ਤਾਂ ਹੀ ਅਟਕਦਾ ਨਹੀਂ ਤੂੰ? ਨਾ, ਮੈਂ ਤਾਂ ਬਹਾਨਾ ਲਾ ਕੇ ਆਇਆ ਵੀ ਮੰਡੀ ਚੱਲਿਆ, ਅੱਜ ਆਥਣੇ ਜਾ ਕੇ ਕੱਲ ਨੂੰ ਤੜਕੇ ਤੇਰੀ ਭਰਜਾਈ ਨੂੰ ਲੈ ਕੇ ਮੁੜਨਾ। ਬਸੰਤਾ ਬਿੰਦਕ ਸੋਚੀ ਪਿਆ ਰਿਹਾ, ਫਿਰ ਦ੍ਰਿੜਤਾ ਨਾਲ ਬੋਲਿਆ, ਉਹਨੂੰ ਫਿਰ ਕਹਿ ਦੇ ਬਈ ਮੱਸਿਆ ਤੋਂ 1 ਦਿਨ ਪਹਿਲਾਂ 14 ਦੀ ਰਾਤ ਨੂੰ ਕਿਸੇ ਤਰ੍ਹਾਂ ਪਿੰਡੋਂ ਬਾਹਰ ਉਸੇ ਤੇਰੇ ਸਹੁਰਿਆਂ ਵਾਲੇ ਹਲਟ ਤੇ ਪਹੁੰਚੇ ਜਿੱਥੇ ਆਪਾਂ ਨਹਾਤੇ ਸੀ। ਮੇਰੇ ਨਾਲ ਇੱਕ ਹੋਰ ਬੰਦਾ ਹੋ। ਘਰ ਪਹੁੰਚੇ 11 ਵਜੇ ਤੋਂ 1 ਵਜੇ ਦੇ ਵਿਚਾਲੇ, ਤੇ ਅਸੀਂ 2 ਘੰਟੇ ਪੂਰੇ ਉਡੀਕਾਂਗੇ। ਉਸ ਮਗਰੋਂ ਉਹਨਾਂ ਦੇ ਘਰ ਦੇ ਨੇੜੇ ਵੀ ਪਹੁੰਚਾਂਗੇ। ਬਸ ਕੇਰਾਂ ਘਰੋਂ ਬਾਹਰ ਆ ਜਾਏ, ਫਿਰ ਅਸੀਂ ਜਾਣੀਏ ਸਾਡਾ ਕੰਮ। ਪਰ ਜੇ ਅਗਲੇ ਪੈੜਾਂ ਦਬ ਕੇ ਮੇਰੇ ਸਹੁਰਿਆਂ ਦੇ ਗਾਲਾਂ ਪਏ ਫੇ ਬਈ ਇਹ ਸਭ ਤੁਹਾਡੀ ਕਰਤੂਤ ਆ, ਫਿਰ ਇੰਨਾ ਨਾ ਘਬਰਾ, ਅਸੀਂ ਉਹਨੂੰ ਖੇਤ ਨੇ ਨੇੜੇ ਅੱਪੜਨ ਹੀ ਨਹੀਂ ਦੇਣਾ, ਰਾਤ ਹੀ ਜਾ ਮਿਲਾਂਗੇ, ਫਿਰ ਤਾਂ ਠੀਕ ਹੈ। ਸੌਰੀ ਰਹਿ ਕੇ ਤੂੰ ਤਾਂ ਖਾਸਾ ਤੇਜ਼ ਹੋ ਗਿਆ ਲੱਗਦਾ ਬੇਲੀਆ, ਪੂਰਨ ਨੇ ਵਿਅੰਗ ਨਾਲ ਕਿਹਾ ਤੇ ਹੱਸ ਪਿਆ। ਅੰਗ 17ਵਾਂ। ਗੱਡੀ 'ਚ ਪਿੰਡਾਂ ਵੱਲ ਦਾ ਇੰਦਰ ਸਿੰਘ ਨਾਂ ਦਾ ਬੰਦਾ ਮਿਲਿਆ, ਜਿਹੜਾ ਖਾਸਾ ਫਿਰਿਆ ਤੁਰਿਆ ਸੀ। ਮੇਲੇ ਤੀਰਥੀ ਵੀ ਆਮ ਆਉਂਦਾ ਜਾਂਦਾ ਰਹਿੰਦਾ ਸੀ, ਤੇ ਪਰਸਾ ਵੀ ਇਦੋਂ ਪਹਿਲਾਂ 3 ਵਾਰੀ ਹਰਿਦੁਆਰ ਆ ਚੁੱਕਿਆ ਸੀ। ਪਰ ਉਹਨੂੰ ਵੀ ਹਰਿਦੁਆਰ ਦੀਆਂ ਠਹਿਰਾਂ, ਧਰਮਸ਼ਾਲਾਵਾਂ ਤੇ ਇੱਥੋਂ ਦੀ ਠੱਗੀ ਠੋਰੀ ਬਾਰੇ ਉਸ ਬੰਦੇ ਜਿੰਨੀ ਜਾਣਕਾਰੀ ਨਹੀਂ ਸੀ। ਜਦੋਂ ਗੱਡੀਆਂ ਉਤਰੇ ਤਾਂ ਸ਼ਹਿਰ ਤਾਂ ਜ਼ਰੂਰ ਪਹਿਲਾਂ ਨਾਲੋਂ ਕੁਝ ਓਪਰਾ ਲੱਗਿਆ, ਪਰ ਪੰਡਿਆਂ ਦੇ ਤਿਲਕ, ਧੋਤੀਆਂ, ਕੁੜਤਿਆਂ ਤੇ ਫੁੱਲ ਪਾਉਣ ਆਏ ਜਜਮਾਨਾਂ ਦੀ ਖਿੱਚ ਧੂ 'ਚ ਕੋਈ ਫਰਕ ਨਜ਼ਰ ਨਹੀਂ ਆਇਆ। ਬਸ ਆਹ ਕੰਮ ਇੱਥੇ ਬਹੁਤ ਮਾੜਾ ਹੈ। ਪਰਸੇ ਨੂੰ ਪੰਡਿਆਂ ਵੱਲ ਝਾਕਦਿਆਂ ਵੇਖ ਕੇ ਇੰਦਰ ਨੇ ਕਿਹਾ, ਤੇ ਜੇ ਬੰਦੇ ਨੇ ਇੱਥੇ ਚੰਗੀ ਨੀਤ ਨਾਲ ਆਉਣਾ ਹੋਵੇ ਤਾਂ ਠੀਕ ਹੈ, ਪਰ ਜੇ ਇਹਨਾਂ ਪਾਂਡਿਆਂ ਤੇ ਇੱਥੋਂ ਦੇ ਬਸ਼ਿੰਦਿਆਂ ਵੱਲ ਨਹੀਂ ਦੇਖੀਏ ਤਾਂ ਇਹਦੇ ਨਾਲੋਂ ਵੱਡੀ ਚੋਰ ਨਗਰੀ ਤੇ ਠੱਗਪੁਰਾ ਕਿਤੇ ਵੀ ਨਹੀਂ ਹੋਣਾ। ਜਿਹੜਾ ਬੰਦਾ ਇੱਥੇ ਨਿਚਾ ਧਾਰ ਕੇ ਆਉਂਦਾ ਹੈ, ਉਹਦਾ ਅਤਕਾਦ ਤਾਂ ਇਹ ਲੋਕ ਬੱਕਰੀ ਦੀਆਂ ਮੀਂਗਣਾਂ ਵਾਂਗੂ ਖੜਿਆ ਦਿੰਦੇ ਆ। ਪਰਸੇ ਨੇ ਕੋਈ ਉੱਤਰ ਨਹੀਂ ਦਿੱਤਾ, ਸਮਾਨ ਚੁੱਕ ਕੇ ਉਹਦੇ ਨਾਲ ਤੁਰਿਆ ਗਿਆ। ਪੰਡੇ ਕਾਵਾਂ ਵਾਂਗ ਉਹਨਾਂ ਵੱਲ ਝਾਕਦੇ ਰਹੇ, ਪਰ ਫੁੱਲ ਪਰਵਾਉਣ ਵਾਲੇ ਨਾ ਹੋਣ ਕਰਕੇ ਉਹਨਾਂ ਨੂੰ ਬਹੁਤੀ ਪੁੱਛ-ਦੱਸ ਨਹੀਂ ਕੀਤੀ। ਉਹ ਤਾਂਗਾ ਕਰਕੇ ਇੰਦਰ ਦੇ ਦੱਸੇ ਟਿਕਾਣੇ ਵੱਲ ਤੁਰ ਪਏ। ਰਿਖੀਕੇਸ਼ ਦੇ ਨੇੜੇ ਜਾ ਕੇ ਜਿੱਥੇ ਉਤਰੇ ਉੱਥੇ ਇੱਕ ਡੰਡੀ ਸੀ। ਡੰਡੀ ਸੰਘਣੇ ਝਾੜ ਬਰੂਟਾਂ ਤੇ ਉੱਚੇ ਦਰਖਤਾਂ ਵਿੱਚੋਂ ਦੀ ਲੰਘਦੀ ਇੱਕ ਕਿਲੇ ਵਰਗੀ ਡੇਰੇ ਕੋਲ ਚਲੀ ਗਈ। ਜਿੱਥੇ ਮੁੱਕੀ ਉੱਥੇ ਇੱਟਾਂ ਦੀ ਪੱਕੀ ਸੜਕ ਆ ਗਈ। ਸੜਕ ਡੇਰੇ ਦੇ ਵੱਡੇ ਗੇਟ ਤੱਕ ਨਹੀਂ ਸੀ ਜਾਂਦੀ, ਸਗੋਂ ਸਾਹਮਣੇ ਵਰਾਂਡਿਆਂ ਤੱਕ ਪਹੁੰਚੀ ਹੋਈ ਸੀ। ਇਹ ਡੇਰੇ? ਪਰਸੇ ਨੇ ਹੈਰਾਨੀ ਨਾਲ ਪੁੱਛਿਆ। ਹਾਂ, ਇੱਥੇ ਵੱਡੇ ਡੇਰੇ ਹੈਗੇ, ਕਈਆਂ ਦੇ ਤਾਂ ਆਪਦੇ ਸਦਾ ਵਰਤ ਹੈ। 100 ਗਊਆਂ ਰੱਖੀਆਂ ਵੀ ਐ, ਦਿਨੇ ਰਾਤ ਭੰਡਾਰੇ ਚੱਲਦੇ ਰਹਿੰਦੇ ਆ, ਹਰ ਵੇਲੇ ਪ੍ਰਸ਼ਾਦਾ ਤਿਆਰ ਮਿਲਦਾ। ਡੇਰੇ ਅੰਦਰ ਪੈਰ ਧਰਦਿਆਂ ਇੱਕ ਨਰੋਆ ਸਾਧੂ ਮਿਲਿਆ। ਉਮਰ ਮਸਾਂ 20-22 ਸਾਲ, ਲਾਲ ਸੂਹਾ ਰੰਗ, ਮੋਟੀਆਂ ਅੱਖਾਂ, ਖੂਬਸੂਰਤ ਚਿਹਰਾ ਮੋਹਰਾ। ਲੰਮੇ ਚੋਲੇ ਦੇ ਹੇਠੋਂ ਨਰੋਏ ਮੁਗਦਰਾਂ ਵਰਗੇ ਚੋਪੜੇ ਹੋਏ ਪਿੰਜਣ ਲਿਸ਼ਕਦੇ ਦਿਸੇ। ਹੱਥ 'ਚ ਚਾਂਦੀ ਦੀ ਮੁੱਠ ਵਾਲੀ ਕਾਲੇ ਸ਼ਾਹ ਰੰਗ ਦੀ ਮੋਢੇ ਤੱਕ ਲੰਮੀ ਸੋਟੀ, ਪੈਰੀਂ ਪਿੱਤਲ ਦੇ ਪੱਤਰੇ
ਚਮੜੀਆਂ ਖੜਾਵਾਂ। ਜੈ ਸੰਤ ਨਾਰੰਗਦਾਸ ਜੀ ਕੀ। ਉਹ ਸਾਧੂ ਨੇ ਮੁਸਕਰਾਉਂਦਿਆਂ ਸੋਟੀ ਤਾਂ ਚੁੱਕਦਿਆਂ ਕਿਹਾ। ਉਹਨਾਂ ਦੋਹਾਂ ਨੇ ਜਦੋਂ ਰਤਾ ਸਿਰ ਨਵਾ ਕੇ ਉਹਦੇ ਜੈਕਾਰੇ ਦਾ ਉੱਤਰ ਦਿੱਤਾ ਤਾਂ ਸਾਧੂ ਨੇ ਆਪਣਾ ਖੱਬਾ ਹੱਥ ਸੱਜਰੇ ਮੁਨਾਏ ਸਿਰ ਤੇ ਫੇਰਦਿਆਂ ਕਿਹਾ, ਕਲਿਆਣ ਹੋ। ਕੌਣ ਸੇ ਗਾਮ ਸੇ ਆਏ ਭਗਤ ਜੀ? ਮੈਂ ਜੀ ਲਹਿਰੇ ਤੋਂ ਆ, ਅੱਗੇ ਵੀ ਆਉਂਦਾ ਹੀ ਰਹਿਣਾ। ਤੇ ਪੰਡਿਤ ਪਰਸਰਾਮ ਹੈ, ਪਿੰਡ ਭੈਣੀ ਤੋਂ, ਸੰਗਰੂਰਾਂ ਵੱਲੋਂ। अच्छा अच्छा, संतां के दर्शनां को पधारे होंगे? हाँ जी, नाले हाँ, जय महान संत ऋषि नारंगदास जी, आप जी का स्वागत है जी, पधारो। सोटी दी कूली मुठ नूं पोला पोला पलोसदियां ਉਹ कुछ रुक के बोलिया, आप ऐसे करो, सो सजे हाथ वाल चले जाना, वहाँ एक प्राणी बैठा है दफ्तर में, उसके पास अपना नाम पता लिखा के अपना कमरा ले लेना, आराम से उसमें विराजना। जय संत नारंगदास जी की, जय गंगा मैया की, जय कृष्ण भगवान की, ओम ओम ओम। दफ्तर वाले बंदे कोल पहुंचे ਤਾਂ ਲੱਗਿਆ ਜਿਵੇਂ ਕਿਸੇ ਤਹਿਸੀਲ ਦੀ ਕਚਹਿਰੀ 'ਚ ਆ ਗਏ ਹੋਣ। ਇੱਕ ਬੋੜੇ ਮੂੰਹ ਵਾਲਾ ਬੁੱਢਾ ਮੁਨੀਮ ਜਿਹਾ ਆਪਣੇ ਵਰਗੇ ਇੱਕ ਖਸਤਾ ਹਾਲ ਰਜਿਸਟਰ 'ਚ ਕੁਝ ਲਿਖੀ ਜਾਂਦਾ ਸੀ। ਪਰਸਾ ਉਹਦੀ ਸ਼ਕਲ ਵੱਲ ਵੇਂਦਾ ਰਿਹਾ। ਏਡਾ ਸੁੱਕਿਆ ਤੇ ਰੁੱਖਾ ਚਿਹਰਾ ਉਹਨੇ ਕਦੇ ਨਹੀਂ ਸੀ ਦੇਖਿਆ। ਹਰੀ ਰਾਮ ਜੀ, ਰਾਮ ਸਤ, ਸਾਨੂੰ ਜੀ ਰਿਹਾਇਸ਼ ਚਾਹੀਦੀ ਹੈ, ਇੰਦਰ ਸਿੰਘ ਨੇ ਪੁਰਾਣੇ ਜਾਣੂਆਂ ਵਾਂਗ ਕਿਹਾ। ਨੱਕ ਨਾਲ ਖੁਰਖੁਰ ਕਰਦਿਆਂ ਬਿਨਾਂ ਤਾਂ ਸਿਰ ਚੱਕਿਆਂ ਪਰੜਾਈ ਆਵਾਜ਼ 'ਚ ਮੁਨਸ਼ੀ ਨੇ ਪੁੱਛਿਆ, ਪਹਿਲੇ ਗਾਮ, ਫਿਰ ਥਾਣਾ, फिर नाम धाम बोलो। नाम मेरा इंदर सिंह, पंडित जी का परसराम, पिता का नाम गाम, थाना, काम भी बोलो ना। उन्हें उवें सिर नवाई किया ते इंदर सिंह ओदे वांग ही काली नाल सब कुछ लिखाई गया। फिर उस मुंशी ने मेज का दराज खोलिया, उस च भांत भांत दियां निक्कियां वड्डियां कुंजियां सी। उन्हां चों एक कुंजी कड्ढी ते उन्हां नूं फड़ाउंदियां उपरा जिहा झाक के बोलिया, साथ में बनी पौड़ी चढ़ के ऊपर कोने में एक कमरा है, 23 नंबर खोल लेना। कुंजी फड़ा के वो फिर जिवें ਉਵੇਂ ਹੀ ਰਜਿਸਟਰ ਤੇ ਝੁੱਕ ਕੇ ਲਿਖਣ ਲੱਗ ਪਿਆ ਜਿਵੇਂ ਇਦੋਂ ਵੱਧ ਉਹਦਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਪਰਸੇ ਨੂੰ ਬੰਦਾ ਦਿਲਚਸਪ ਲੱਗਿਆ ਤੇ ਮੁਸਕਰਾ ਪਿਆ। ਪੌੜੀਆਂ ਚੜ੍ਹ ਕੇ 23 ਨੰਬਰ ਕਮਰੇ ਅੰਦਰ ਪਹੁੰਚੇ ਤਾਂ ਕਮਰਾ ਦੇਖ ਕੇ ਪਰਸਾ ਹੈਰਾਨ ਰਹਿ ਗਿਆ। ਫਰਸ਼ ਉੱਤੇ ਵੱਡੀ ਦਰੀ ਵਿਛੀ ਸੀ। ਮਗਰਲੇ ਖੁੰਝਿਆਂ 'ਚ ਵੱਡੇ ਪਾਵਿਆਂ ਵਾਲੇ 2 ਤਖਤਪੋਸ਼ ਡਿੱਠੇ ਸੀ। ਸਾਹਮਣੀ ਕੰਧ ਤੇ ਅੱਧ ਬੱਗੀ ਦਾੜੀ ਤੇ ਭਾਰੇ ਸਰੀਰ ਵਾਲੇ ਖੂਬਸੂਰਤ ਸੰਤ ਦੀ ਵੱਡੀ ਫੋਟੋ ਲੱਗੀ ਸੀ। ਉਹ ਸਮਾਧੀ ਲਈ ਬੈਠਾ ਸੀ, ਪਰ ਮੱਥੇ ਦੇ ਐਨ ਵਿਚਕਾਰ ਸਿੱਧਣ ਸਿੱਧੀ ਸੂਏ ਵਾਂਗ ਦਿਸਦੀ ਇੱਕ ਡੂੰਗੀ ਤਿਉੜੀ ਉਹਦੇ ਨੂਰਾਨੀ ਚਿਹਰੇ ਨੂੰ ਕਲਵੱਤ ਵਾਂਗ ਚੀਰਦੀ ਲੱਗਦੀ ਸੀ। ਪਰਸਾ ਉਹਦੀ ਤਿਉੜੀ ਵਾਲੀ ਝਾਕਦਾ ਰਿਹਾ। ਇੰਦਰ ਸਿੰਘ ਨੇ ਸਮਾਨ ਖੱਬੇ ਤਖਤਪੋਸ਼ ਉੱਤੇ ਰੱਖ ਕੇ ਜਦੋਂ ਖੁੰਝੇ ਵਾਲਾ ਇੱਕ ਛੋਟਾ ਬੂਹਾ ਖੋਲਿਆ ਤਾਂ ਗੁਸਲਖਾਨੇ ਵੱਲ ਇਸ਼ਾਰਾ ਕਰਦਿਆਂ ਬੋਲਿਆ, ਪੰਡਤ ਜੀ ਦੇਖਿਆ ਡੇਰਾ? ਸਭ ਇੰਤਜ਼ਾਮ ਹੋਟਲਾਂ ਵਾਲੇ ਹੈ। ਮੈਂ ਬਥੇਰਾ ਫਿਰਿਆ, ਐਸੇ ਵਧੀਆ ਕਮਰੇ ਤੇ ਗੁਸਲਖਾਨੇ ਦਿੱਲੀ ਦੱਖਣ ਦੇ ਹੋਟਲਾਂ 'ਚ ਨਹੀਂ ਦੇਖੇ। ਮੇਰਾ ਇੱਕ ਭਤੀਜਾ ਜਹਾਜ਼ਾਂ ਦੀ ਕੰਪਨੀ 'ਚ ਨੌਕਰੀ ਕਰਦਾ, ਕਦੇ ਕਦੇ ਉਹਨੂੰ ਮਿਲਣ ਜਾਣਾ ਹੁੰਦਾ ਬੰਬਈ। ਉਹ ਇੱਕ ਹੋਟਲ 'ਚ ਹੀ ਰਹਿੰਦਾ ਤੇ ਉਹਦਾ ਬਹੁਤਾ ਕੰਮ ਬਾਹਰਲੇ ਮੁਲਕਾਂ 'ਚ ਫਿਰਨ ਤੁਰਨ ਦਾ, ਇਸ ਕਰਕੇ ਘਰ ਲਿਆ ਹੀ ਨਹੀਂ, ਨਾ ਬਣਾਇਆ ਉੱਥੇ। ਫਿਰ ਮੈਂ ਵੀ ਹੋਟਲ 'ਚ ਹੀ ਰਹਿਣਾ ਉਹਦੇ ਨਾਲ। ਤੇਰਾ ਭਤੀਜਾ ਬੰਬਈ ਘਰ ਤੋਂ ਬਿਨਾਂ ਹੀ ਰਹੀ ਜਾਂਦਾ? ਪਰ ਸਾਰਾ ਤਾਂ ਹੈਰਾਨ ਹੋ ਕੇ ਬੋਲਿਆ, ਉਹਨੂੰ ਤਾਂ ਹੋਟਲ 'ਚ ਰਹਿੰਦੇ ਨੂੰ ਹੋ ਗਏ 5-6 ਸਾਲ, ਬਸ ਉੱਥੇ ਹੀ ਰਹੀ ਜਾਂਦਾ, ਰੋਟੀ ਪਾਣੀ ਬਣਿਆ ਬਣਾਇਆ ਮਿਲਦਾ ਹੈ, ਖਰਚਾ ਕੰਪਨੀ ਦਾ, ਫਿਰ ਘਰਾਂ ਦੇ ਪੰਗੇ 'ਚ ਕਾਹਨੂੰ ਪਵੇ ਬੰਦਾ। ਇਹਨਾਂ ਜਹਾਜ਼ਾਂ ਦੀਆਂ ਕੰਪਨੀਆਂ ਵਾਲਿਆਂ ਨੂੰ ਲੱਖਾਂ ਕਰੋੜਾਂ ਦੀ ਆਮਦਨ ਹੁੰਦੀ ਹੈ ਰੋਜ਼ ਦੀ, ਫਿਰ ਖਰਚਿਆਂ ਨੂੰ ਉਹ ਕੀ ਗੋਲਦੇ ਆ। ਪੈਸੇ ਨਾਲ ਤਾਂ ਚਾਹੇ ਕੁਛ ਖਰੀਦ ਲਓ, ਚਾਹੇ ਚਿੜੀਆਂ ਦਾ ਦੁੱਧ ਮੰਗਾ ਲਓ, ਪਰ 5-6 ਸਾਲਾਂ ਦਾ ਹੋਟਲ 'ਚ ਹੀ ਰੋਟੀ ਖਾਈ ਜਾਂਦਾ ਹੈ। ਹੋਰ ਕੀ, ਉਹ ਦੁਨੀਆ ਭਲੀ ਤੋਂ ਭਲੀ ਪਈ ਆ ਪੰਡਿਤ ਜੀ। ਉੱਥੇ ਇਹੋ ਜਿਹੇ ਬੰਦੇ ਵੀ ਹੈਗੇ ਜਿਹੜਿਆਂ ਨੇ ਸਾਰੀ ਉਮਰ ਹੋਟਲਾਂ 'ਚ ਹੀ ਕੱਢ ਲਈ, ਨਾ ਘਰ ਬਣਾਇਆ, ਨਾ ਵਸਾਇਆ, ਵਿਆਹ ਹੀ ਨਹੀਂ ਕਰਾਇਆ। ਇਹ ਬੜਾ ਵਿਚਿੱਤਰ ਸੰਸਾਰ ਹੈ ਮਹਾਰਾਜ। ਸ਼ਹਿਰਾਂ ਦਾ ਤਾਂ ਬਾਬਾ ਆਦਮੀ ਨਿਰਾਲਾ ਹੈ, ਬਸ ਉੱਥੇ ਜਾ ਕੇ ਹੀ ਪਤਾ ਲੱਗਦਾ ਵੀ ਕੀ ਕੁਛ ਹੈ ਉੱਥੇ। ਪਰਸਾ ਚੁੱਪ ਕਰ ਗਿਆ। ਇੰਦਰ ਦਾ ਬੇਲੋੜਾ ਹੀ ਬਹੁਤਾ ਬੋਲਣਾ ਉਹਨੂੰ ਚੰਗਾ ਨਹੀਂ ਸੀ ਲੱਗਿਆ। ਮੂੰਹ ਹੱਥ ਧੋ ਕੇ ਉਹਨਾਂ ਨੇ ਕੱਪੜੇ ਲੀੜੇ ਬਦਲ ਲਏ। ਫਿਰ ਇੰਦਰ ਸਿੰਘ ਇਹ ਕਹਿ ਕੇ ਬਾਹਰ ਚਲਾ ਗਿਆ ਵੀ ਮੈਂ ਰੋਟੀ ਰਾਟੀ ਦੇ ਪ੍ਰਬੰਧ ਪਤਾ ਕਰ ਆਵਾਂ। ਉਧਰ ਪੂਜਾ ਤਾਂ ਕਰਨੀ ਪਊ ਨਾ, ਉਧਰ ਪੂਜਾ ਤਾਂ ਕਰਨੀ ਪਊ। ਪਰਸੇ ਨੂੰ ਅੰਦਰ ਕੁਝ ਠੰਡ ਲੱਗੀ ਬਾਹਰ ਆ ਗਿਆ। ਕਮਰਿਆਂ ਦੇ ਮੂਹਰੇ ਧੁਰ 2 ਕੁ ਮੰਜਿਆਂ ਦਾ ਵਰਾਂਡਾ ਸੀ। ਉਹਦੇ ਸਾਹਮਣੇ ਦੂਰ ਤੱਕ ਫੈਲੇ ਪੱਕੇ ਵਿਹੜੇ 'ਚ ਕਈ ਬੰਦੇ ਕੁਰਸੀਆਂ ਡਾਈ ਧੁੱਪੇ ਬੈਠੇ ਸੀ। ਉਹਨਾਂ 'ਚ 2 ਸੰਤ ਵੀ ਸੀ, ਉਹ 2 ਅਖਬਾਰ ਪੜ੍ਹ ਰਹੇ ਸੀ। ਦੂਜੇ ਪਾਸੇ ਮੂੰਹ ਭੁਆ ਕੇ ਦੇਖਿਆ, ਹਰੇ ਭਰੇ ਲੈ ਕਰਦੇ ਚਾਂਦੀ ਦੀ ਲਕੀਰ ਵਰਗੀ ਗੰਗਾ ਦਾ ਲਿਸ਼ਕਦਾ ਪਾਣੀ ਤੇ ਉਹਦੇ ਪਰਲੇ ਕਿਨਾਰੇ ਤੇ ਮੰਦਰਾਂ ਦੇ ਕਲਸ ਦੇਖਦਿਆਂ ਮਨ ਤਨ ਸੀਤਲ ਹੋ ਗਿਆ ਲੱਗਿਆ। ਕਿੰਨਾ ਚਾਰੀ ਉੱਥੇ ਖੜੋਤਾ ਇਹ ਦ੍ਰਿਸ਼ ਦੇਖਦਾ ਰਿਹਾ। 3 ਦਿਨ ਉਹ ਇਕੱਠੇ ਰਹੇ। ਚੌਥੇ ਦਿਨ ਇੰਦਰ ਸਿੰਘ ਆਪਣੇ ਦਿੱਲੀ ਵਾਲੇ ਭਤੀਜੇ ਨੂੰ ਮਿਲਣ ਤੁਰ ਗਿਆ।
ਪਰਸਾ ਉਹਦੇ ਨਾਲ ਫਿਰਦਾ ਰਹਿਣ ਕਰਕੇ ਹਰਿਦੁਆਰ ਦਾ ਚੋਖਾ ਜਾਣੂ ਹੋ ਗਿਆ ਸੀ। ਰੋਜ਼ ਮੱਥਾ ਟੇਕਣ ਵੀ ਉਹ ਸੰਤਾਂ ਦੇ ਦਰਬਾਰ 'ਚ ਜਾਂਦੇ ਰਹੇ। ਡੇਰੇ ਦੀ ਹੇਠਲੀ ਮੰਜ਼ਲ ਬਿਲਕੁਲ ਵਿਚਾਲੇ ਸ਼ਾਇਦ 1000 ਬੰਦੇ ਦੇ ਬੈਠਣ ਜੋਗਾ ਵੱਡਾ ਹਾਲ ਸੀ। ਉਹਦੇ ਅੰਦਰੋਂ ਹਰ ਵੇਲੇ ਅਤਰ ਫਲੇਲ ਦੀਆਂ ਮਹਿਕਾਂ ਆਉਂਦੀਆਂ ਰਹਿੰਦੀਆਂ। ਧੁਰੋ ਧੁਰ ਦਰੀਆਂ ਤੇ ਚਿੱਟੀਆਂ ਚਾਦਰਾਂ ਵਿਛਾਈਆਂ ਸੀ। ਉੱਚੀਆਂ ਕੰਧਾਂ ਤੇ ਚਾਰ ਚੁਫੇਰੇ ਸਾਧੂ ਸੰਤਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ। ਬੂਹੇ ਦੇ ਐਨ ਸਾਹਮਣੇ ਸੰਤਾਂ ਦਾ ਆਸਣ ਸੀ। ਉੱਚੇ ਥੜੇ ਉੱਤੇ ਇੱਕ ਰੰਗ ਬਿਰੰਗਾ ਗਲੀਚਾ ਵਿਛਿਆ ਹੋਇਆ ਸੀ। ਉਸ ਗਲੀਚੇ ਤੇ ਵਿਛੀ ਮ੍ਰਿਗ ਛਾਲਾ ਵੀ ਗਲੀਚੇ ਵਾਂਗ ਹੀ ਸੁੰਦਰ ਤੇ ਸਾਫ਼ ਸੀ, ਜਿਸ ਉੱਤੇ ਸੰਤ ਨਾਰੰਗਦਾਸ ਬੈਠਦੇ ਸੀ ਸਵੇਰੇ 7 ਵਜੇ ਤੋਂ 9 ਵਜੇ ਤੱਕ। ਡੇਰੇ ਵਿਚਲੇ ਤੇ ਬਾਹਰਲੇ ਉਪਾਸਕਾਂ ਨੂੰ ਦਰਸ਼ਨ ਦਿੰਦੇ ਸੀ। ਮਿੱਥੇ ਸਮੇਂ ਤੇ ਪ੍ਰਵਚਨ ਵੀ ਕਰਦੇ ਸੀ ਤੇ ਰਿਹਾਰ ਨਾਲ ਭਜਨ ਗਾਉਂਦੇ ਨਾਮ ਜਪਾਉਂਦੇ ਸੀ ਤੇ ਸੰਗਤ ਉਹਨਾਂ ਦੇ ਤੇਜ ਪ੍ਰਤਾਪ ਦੀ ਕੀਲੀ ਸਿਰ ਮਾਰਦੀ ਰਹਿੰਦੀ। ਇੰਦਰ ਸਿੰਘ ਤੇ ਪਰਸਾ ਵੀ ਦਰਸ਼ਨ ਕਰਨ ਜਾਂਦੇ ਰਹੇ ਸੀ, ਪਰ ਤਿੰਨੇ ਦਿਨ ਪਰਸੇ ਦਾ ਧਿਆਨ ਸੰਤਾਂ ਦੇ ਮੱਥੇ ਦੀ ਛੇਲੇ ਅਰਗੀ ਤਿਉੜੀ ਵੱਲ ਹੀ ਰਿਹਾ। ਜਦੋਂ ਅੱਖਾਂ ਮੀਚ ਕੇ ਭਜਨ ਗਾ ਰਹੇ ਹੁੰਦੇ ਤਾਂ ਉਹਨਾਂ ਦਾ ਚਿਹਰਾ ਧਰਮਰਾਜ ਵਾਂਗ ਵਿਚਕਾਰੋਂ ਦੋ ਫਾੜ ਹੋਇਆ ਲੱਗਦਾ, ਅੱਧਾ ਸੋਨੇ ਦਾ ਅੱਧਾ ਲੋਹੇ ਦਾ। ਤੇ ਜਦੋਂ ਦਰਬਾਰ ਤੋਂ ਵਾਪਸ ਪਰਤਦੇ ਤਾਂ ਆਪਣੇ ਕਮਰੇ ਅੰਦਰ ਆਉਂਦੇ ਹੀ ਪਰਸਾ ਪਹਿਲਾਂ ਸਾਹਮਣੇ ਲੱਗੀ ਸੰਤਾਂ ਦੀ ਤਸਵੀਰ ਵੱਲ ਵੀ ਦੇਖਦਾ, ਪਰ ਉਹਦਾ ਪ੍ਰਭਾਵ ਨਾ ਬਦਲਦਾ। 5ਵੇਂ ਦਿਨ ਸੰਤਾਂ ਨੇ ਆਪਣੇ ਪ੍ਰਵਚਨ 'ਚ ਆਤਮਾ ਤੇ ਸੰਸਾਰ ਬਾਰੇ ਦੱਸਿਆ। संत कह रहे सी, आत्मा ऐसे संसार में आता है जैसे बड़ी भट्ठी में से दहकता कोला तिड़क के बाहर आ डिगे। बाहर डिग के अपने लालिमा तथा तपश तबा तथा शक्ति गवा बैठेगा, फिर काला पड़ जाएगा। वो तब तक फिर लाल सुर्ख नहीं हो सकता जब तक उसे चुक कर अग्नि में नहीं फेंका जाता। प्रेमी जनों, भक्तों, विचार करो कि इस भट्ठी की अगन क्या है। ये अगन महाज्योति हो सर्वव्यापी पार ब्रह्म है, परमात्मा है, भगवान है। और उसे भट्ठी से बाहर आ गया कोला क्या हुआ? वो हमारी जीव आत्मा है। इस काली शाह होगी जीव आत्मा को भगवान के चरणों में भेंट कर दियो। ये लाल सुर्ख हो जाएगी, अग्नि की न्यायी पवित्र ते शक्तिशाली हो जाएगी। तब अग्नि का ही रूप हो जाएगी, ज्योति स्वरूप बन जाएगी। तभी ये मोक्ष को प्राप्त होएगी, तभी ब्रह्म स्वरूप होगी। और प्राणी इस संसार में आता ही इस कर्म के वास्ते है। भगवान ने इसको भेजा ही परीक्षा के वास्ते है। जे इस परीक्षा में पूरा नहीं उतरता तो असफल हो जाता है। धर्मराज के द्वार मुंह पर चोटा खाता है और फिर पश्चाताप करता है, रोता है, कुरलाता है। ਪਰਸੇ ਨੂੰ ਇਹ ਗੱਲਾਂ ਬਹੁਤ ਹੀ ਆਮ ਜੀਆਂ ਲੱਗੀਆਂ। ਇਦੋਂ ਵਧੇਰੇ ਗੂੜ ਗਿਆਨ ਦੀਆਂ ਗੱਲਾਂ ਤਾਂ ਪਾਲਾ ਸਿੰਘ ਤੋਂ ਸੁਣੀਆਂ ਸੀ। ਸੰਤ ਉਹਨੂੰ ਉੱਕਾ ਗਿਆਨਵਾਨ ਨਹੀਂ ਲੱਗੇ। ਫਿਰ ਇਹ ਸਭ ਜਿਹੜਾ ਆਡੰਬਰ ਉਹਨਾਂ ਨੇ ਰਚਿਆ ਹੋਇਆ ਸੀ, ਉਹ ਕਿਸ ਸ਼ਕਤੀ ਆਸਰੇ ਰਚਿਆ ਸੀ? ਭਗਤੀ ਆਸਰੇ? ਏਡੇ ਭਗਤ ਵੀ ਉਹ ਨਹੀਂ ਸੀ ਲੱਗਦੇ ਕਿ ਨਿਰੇ ਦੰਭ ਆਸਰੇ ਵੀ ਅਜਿਹਾ ਜਲੌ ਰਚਿਆ ਜਾ ਸਕਦਾ। ਅਗਲੇ ਦਿਨ 22 ਨੰਬਰ ਕਮਰੇ 'ਚ ਚਿੱਟੀ ਬੈਠਵੀਂ ਪੱਗ ਤੇ ਚਿੱਟੇ ਧੋਤੀ ਕੁੜਤੇ ਵਾਲਾ ਇੱਕ ਤਿਲਕਧਾਰੀ ਪੰਡਤ ਜਿਹਾ ਆ ਕੇ ਰਹਿਣ ਲੱਗ ਪਿਆ। ਮਧਰਾ ਕੱਦ, ਗੋਲ ਮਟੋਲ, ਗਠੀਲਾ ਸਰੀਰ, ਭਰਵਾਂ ਚਿਹਰਾ, ਹਸੂ ਹਸੂ ਕਰਦੀਆਂ ਕਾਲੀਆਂ ਸ਼ਾਹ ਅੱਖਾਂ, ਹੱਥ ਵਿੱਚ ਬੈਂਤ ਦੀ ਖੁੰਡੀ ਫੜੀ ਆਪੇ ਹੀ ਡਲੇ ਵਾਂਗ ਮੱਥੇ ਆ ਵੱਜਿਆ। ਹਮਾਰਾ ਪ੍ਰਣਾਮ, ਸਾਦਰ ਪ੍ਰਣਾਮ स्वीकार करो बंधु। औंदिया ही बोलिया, मेरा नाम दयाल रतन है जी, सहारनपुर का निवासी हूँ। वहाँ हमारी करियाने की दुकान है जी। स्नान करने आता हूँ गंगा जी में, संतों का शिष्य हूँ जी, तभी इधर ठहरता हूँ। आप कौन से पवित्र नगर से आए हैं जी? ते आपे जज के दूजे तख्तपोश उत्ते बह गया। परसे ने हथ जोड़ के ਉਹਦਾ प्रणाम स्वीकार कर लिया। फिर ਉਹਦੇ ਮੂੰਹ ਵੱਲ ਗੌਰ ਨਾਲ ਝਾਕਦਿਆਂ ਕਿਹਾ, मेरा पिंड पंजाब में है जी, आप जी की तरह हम भी स्नान करने आए हैं जी। अच्छा तो आप पंजाबी हैं? ਉਹਦੀਆਂ ਅੱਖਾਂ ਜਿਵੇਂ ਚਮਕ ਪਈਆਂ। ਫਿਰ ਤਵਿਆਂ ਵਾਲੀ ਮਸ਼ੀਨ ਵਾਂਗ ਬੋਲਣ ਲੱਗਿਆ ਤਾਂ ਰੁਕਿਆ ही नहीं। पंजाबी लोग तो बड़े बहादुर हैं जी, धर्मात्मा भी बहुत है। हम जाते आते रहते हैं पंजाब में जी, हमारी रिश्तेदारियां हैं जी उधर। हरिद्वार बहुत बड़ा तीर्थ है जी, एक तरह से स्वर्ग है जी, पर पाप भी बहुत है जी यहाँ। इसी डेरे में बहुत पाप है जी। हम आते रहते हैं जी, संत जी तो महान है जी, परंतु जो लोग यहाँ आते हैं वो बहुत पाप करते हैं जी। आते ही जैसे पाप करने को है जी, दम्भ ऐसा करते हैं कि पाप धोने आए हैं। पर बात उल्टी है जी, देखो कैसी अजीब बात है जी, है ना विचित्र बात। परसा हूँ हाँ ਤਾਂ ਕਰਦਾ ਰਿਹਾ, ਪਰ ਅਕੇਵਾਂ ਨੂੰ ਇੰਨਾ ਹੋਣ ਲੱਗ ਪਿਆ ਵੀ ਜੇ ਉਹ ਬਿੰਦ ਝੱਟ ਹੋਰ ਨਾ ਜਾਂਦਾ ਤਾਂ ਸ਼ਾਇਦ ਉਹਦੇ ਚਪੇੜ ਮਾਰ ਬੈਠਦਾ। ਪਰ ਸ਼ੁਕਰ ਸੀ ਉਦੋਂ ਹੀ ਉਹਨੂੰ ਬਾਹਰੋਂ ਕਿਸੇ ਨੇ ਆਵਾਜ਼ ਮਾਰ ਲਈ ਤੇ ਉਹ ਅਭੀ ਆਇਆ ਜੀ, ਕਹਿੰਦੇ ਆ ਪਰਸੇ ਨੂੰ ਆਗਿਆ ਦਿਓ ਜੀ, ਕਹਿ ਕੇ ਕਾਹਲੀ ਨਾਲ ਤੁਰ ਪਿਆ। ਪਰ ਉਸੇ ਦਿਨ ਆਥਣੇ ਦਿਆਲ ਰਤਨ ਦਾ ਕਮਰਾ ਖਾਲੀ ਸੀ। ਪਰਸਾ ਰੁਕ ਕੇ ਦੇਖਣ ਲੱਗ ਪਿਆ। ਅਦਭੁਤ ਜਿਹਾ ਅਹਿਸਾਸ ਹੋਇਆ ਕਿ ਸੰਸਾਰ 'ਚ ਇਹੋ ਜਿਹੇ ਬੰਦੇ ਵੀ ਸੀ ਜਿਹੜੇ ਹਵਾ ਦੇ ਬੁੱਲੇ ਵਾਂਗ ਆ ਕੇ ਵਰੋੜੇ ਵਾਂਗ ਲੋਪ ਹੋ ਜਾਂਦੇ ਸੀ।
ਇਹਨਾਂ ਦੀ ਪੈੜ ਦਾ ਨਿਸ਼ਾਨ ਮਗਰੋਂ ਬਿੰਦ ਝੱਟ ਵੀ ਨਹੀਂ ਸੀ ਰਹਿੰਦਾ। 2 ਦਿਨ ਮਗਰੋਂ ਉਸੇ ਕਮਰੇ 'ਚ 2 ਹੋਰ ਯਾਤਰੀ ਆ ਗਏ। ਇੱਕ ਸਾਫ਼ ਸੁਥਰੇ ਕੱਪੜਿਆਂ ਵਾਲਾ ਬਿਮਾਰ ਆਦਮੀ ਤੇ ਇੱਕ ਅਧਖੜ ਉਮਰ ਦੀ ਬਣਦੀ ਤਣਦੀ ਔਰਤ। ਘਰੋਂ ਸਰਦੇ ਪੁੱਜਦੇ ਜਾਪਦੇ ਸੀ। ਪਹਿਲਾਂ ਉਹ ਕੁਝ ਝੱਕਿਆ ਪਿੰਡਾਂ ਵੱਲ ਦੇ ਹੀ ਸਮਝ ਕੇ, ਤੇ ਜਦੋਂ ਕਮਰੇ ਦੇ ਬੂਹੇ ਅੱਗੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਹ ਬੰਦੇ ਨੇ ਇਉਂ ਜਵਾਬ ਦਿੱਤਾ ਜਿਵੇਂ ਜਨਮਾਂਤਰਾਂ ਦਾ ਰੋਗੀ ਹੋਵੇ। ਕੀ ਗੱਲ ਭਾਈ ਸਾਹਿਬ, ਸਰੀਰ ਕੁਛ ਢਿੱਲਾ ਹੈ? ਪਰਸੇ ਨੇ ਸੁੱਤੇ ਹੀ ਪੁੱਛਿਆ। ਇਹ ਤਾਂ ਜੀ ਬਹੁਤੇ ਚਿਰ ਦੇ ਔਰੇ ਵੇ ਆ, ਤੀਵੀਂ ਨੇ ਜਵਾਬ ਦਿੱਤਾ। ਐਂ ਤੁਰਦਿਆਂ ਫਿਰਦਿਆਂ ਨੂੰ ਸਾਨੂੰ ਤਾਂ ਕਈ ਵਾਰੀ ਹੋ ਗਏ ਵੀ ਕਿਤੇ ਤਾਂ ਕੋਈ ਬੜੂਗਾ ਹੀ ਆਖਰ। ਤੇ ਤੀਵੀਂ ਦੀਆਂ ਵੱਡੀਆਂ ਵੱਡੀਆਂ ਅੱਖਾਂ ਦੀ ਉਦਾਸੀ ਹੋਰ ਵੱਧ ਗਈ। ਜਾਪੀ ਤੇ ਗੋਰਾ ਗੋਬੜਾ ਚਿਹਰਾ ਅਚਾਨਕ ਮੁਰਝਾ ਗਿਆ ਲੱਗਿਆ। ਉਸ ਬੰਦੇ ਨੂੰ ਖੰਘ ਛਿੜ ਪਈ। ਨੀਵੀਂ ਪਾ ਕੇ ਤਲੀਆਂ ਤਖਤ ਪੋਸ਼ ਤੇ ਲਾਈ ਬੈਠਾ ਖੰਘੀ ਗਿਆ। ਖੰਘ ਰੁਕੀ ਤਾਂ ਗੋਡਿਆਂ 'ਚ ਸਿਰ ਦੇ ਕੇ ਪੈਰਾਂ ਭਾਰ ਬਹਿ ਗਿਆ। ਪਰਸਾ ਅੰਦਰ ਲੰਘ ਕੇ ਦੂਜੇ ਤਖਤ ਪੋਸ਼ ਤੇ ਬੈਠਦਾ ਬੋਲਿਆ, ਕਿੰਨਾ ਕੁ ਚਿਰ ਹੋ ਗਿਆ ਭਾਈ ਬਿਮਾਰ ਹੋਏ ਨੂੰ? 8-10 ਸਾਲ ਹੀ ਹੋ ਗਏ ਹੋਣੇ ਆ ਜੀ। ਕੋਈ ਇਲਾਜ ਦੀ ਕਸਰ ਨਹੀਂ ਛੱਡੀ, ਕੋਈ ਤੀਰਥ ਮੰਦਰ ਨਹੀਂ ਛੱਡਿਆ, ਟੂਣੇ ਟਾਮਣਾ ਦਾ ਹੀ ਅੰਤ ਨਹੀਂ। ਇੱਥੇ ਫਿਰ? ਹਾਂਜੀ, ਇਸ਼ਨਾਨ ਕਰਨ ਆਏ ਆ। ਜੇ ਭਗਵਾਨ ਦੇ ਚਿੱਤ ਮਿਹਰ ਪੈ ਜੇ ਤਾਂ ਇੱਥੇ ਠਹਿਰਦੇ ਹੁੰਨੇ ਆ। ਸੰਤ ਸਾਡੇ ਪਿੰਡ ਦੇ ਆ। ਆਹ ਨਾਰੰਗਦਾਸ? ਹਾਂਜੀ, ਇਹ ਘਰਾਂ 'ਚੋਂ ਮੇਰਾ ਜੇਠ ਲੱਗਦਾ। ਉਹ ਤੀਵੀਂ ਪਹਿਲਾਂ ਝਿਜਕੀ ਪਰ ਫਿਰ ਬੋਲੀ, ਇਹਨੇ ਵੀ ਸਭ ਵਹਿਣ ਵਿਹਾ ਕੇ ਦੇਖੇ ਆ, ਹੁਣ ਤਾਂ ਸੁੱਖ ਨਾਲ ਦੂਰ ਦੂਰ ਤਾਈਂ ਮੰਨਤਾ ਹੈ। ਪਰਸੇ ਦੇ ਸਿਰ ਨੂੰ ਜਿਵੇਂ ਧੱਕਾ ਜਿਹਾ ਵੱਜਿਆ। ਪਲ ਦਾ ਪਲ ਉਸ ਤੋਂ ਬੋਲਿਆ ਹੀ ਨਹੀਂ ਗਿਆ। ਤੁਸੀਂ ਕਿੰਨੇ ਕੁ ਦਿਨ ਠਹਿਰਨਾ ਭਾਈ? ਅਖੀਰ ਉਹਨੇ ਪੁੱਛਿਆ। 2 ਕੁ ਦਿਨ ਹੀ ਠਹਿਰਾਂਗੇ ਜੀ, ਮਗਰ ਕੰਮ ਧੰਦਾ ਸੰਭਣ ਵਾਲਾ ਵੀ ਕੋਈ ਨਹੀਂ, ਕੋਈ ਬਾਲੀ ਬੱਚਾ। ਜੇ ਕਰਮ ਏਡੇ ਚੰਗੇ ਹੁੰਦੇ ਫਿਰ ਕਾਹਦੀ ਚਿੰਤਾ ਸੀ ਜੀ। ਪਰਸੇ ਦਾ ਮਨ ਬਿਨਾਂ ਕਾਰਨ ਤੋਂ ਹੀ ਜਿਵੇਂ ਉਦਾਸ ਹੋ ਗਿਆ। ਫਿਰ ਗੱਲ ਬਦਲ ਕੇ ਪਿੰਡ ਦੇ ਨਾਂ ਤੇ ਰਿਸ਼ਤੇਦਾਰੀਆਂ ਬਾਰੇ ਜਾਣਕਾਰੀ ਮਗਰੋਂ ਉੱਠਦਿਆਂ ਕਿਹਾ, ਜੇ ਵੇਲੇ ਕੁ ਵੇਲੇ ਲੋੜ ਪਏ ਤਾਂ ਸੰਗਿਓ ਨਾ ਭਾਈ, ਆਪਣੇ ਪਿੰਡ ਵੀ ਨੇੜੇ ਆ ਤੇ ਪਰਦੇਸ 'ਚ ਤੁਹਾਨੂੰ ਪਤਾ ਬੰਦਾ ਆਸਰਾ ਜਿਹਾ ਹੋ ਜਾਂਦਾ ਹੈ। ਘਰ ਦੇ ਆਪਦੇ ਬੰਦੇ ਦੀ ਹੋਰ ਗੱਲ ਹੁੰਦੀ ਹੈ, ਪਰਦੇਸੀ ਤਾਂ ਪਰਦੇਸੀ ਰਹਿੰਦੇ ਆ। ਫਿਰ ਵੀ ਕੋਈ ਨਹੀਂ ਜੀ, ਸ਼ਾਬਾਸ਼, ਆਪਦੇ ਬੰਦਿਆਂ ਦਾ ਹੀ ਸਹਾਰਾ ਹੁੰਦਾ ਜੀ। ਪਰਸੇ ਨੂੰ ਜਾਪਿਆ ਔਰਤ ਚੰਗੇ ਹੌਸਲੇ ਵਾਲੀ ਸੀ। ਸੰਤ ਨਰੈਣ ਦਾਸ ਦੀ ਅਸਲੀਅਤ ਪਤਾ ਲੱਗਣ ਮਗਰੋਂ ਪਰਸੇ ਨੂੰ ਵਧੇਰੇ ਸਧਾਰਨ ਬੰਦਾ ਲੱਗਣ ਲੱਗ ਪਿਆ। ਇੱਕ ਦਿਨ ਆਥਣੇ ਜਦੋਂ ਆਪਣੇ ਉਸੇ ਮੋਟੀਆਂ ਅੱਖਾਂ ਵਾਲੇ ਚੇਲੇ ਨੂੰ ਲੈ ਕੇ ਬਾਹਰ ਜਾਣ ਲੱਗਿਆ, ਪਰਸਾ ਨੇੜੇ ਜਾ ਕੇ ਪ੍ਰਣਾਮ ਕਰਦਾ ਬੋਲਿਆ, ਸਵਾਮੀ ਜੀ ਆਗਿਆ ਦਿਓ ਤਾਂ ਮੈਂ ਵੀ ਆਪ ਦਾ ਸਾਥ ਕਰ ਲਾਂ, ਕੋਈ ਧਰਮ ਕਰਮ ਦਾ ਬਚਨ ਕਰਨੀ ਪੈ ਜੂ। वश चलो, हमें क्या आपत्ति हो सकती है जी। भले पुरुष की संगत तो भगवान की कृपा से मिलती है जी। संघने जंगल च चले गए तो संतां दा चेला निखड़ के एक पहाड़ी पगडंडी वाल तुर पिया। संत बोलिया, भाई तुमको जाना है तो उस दक्षिण दिशा में एक नाला है, हम भी यहीं मुड़ आएंगे। फिर गंगा जी के स्नान को जाया करते हैं, उसे पाठ भी करते हैं, बेशक वहां भी साथ चलो, कोई आपत्ति नहीं। नहीं महाराज, मैं तो थोड़े नाल बचन विलास करने वास्ते ही आया, ते आप यहीं ठहरो, हम आते हैं। ये हमारी सोटी पकड़ लो। परसा चांदी दी मुठ वाली सोटी फड़ के खड़ो गया। वो जही थां खड़ोता सी जिथे 100 कुकर्म गां एक टिब्बे अरगे पहाड़ दी टीसी सी, ओदे ते वड्डे वड्डे पत्थर ही सी। उत्थे झाड़ बरूट ते रुख कोई नहीं सी। उधरे तुर पिया। टीसी ते पहुंचिया तां इंज लग्या जिवें किसी गुफा चों निकल के आसमान ते आ चढ़िया होवे। चार चफेरे चानणी चानण, सूरज अजे धरती तो 2 हत्थ तां सी। छिपदे सूरज दी चलकोर दे हेठ नीले काले रंग ਦੀਆਂ ਉੱਚੀਆਂ ਨੀਵੀਆਂ ਪਹਾੜੀਆਂ ਦਾ ਦ੍ਰਿਸ਼ ਬਹੁਤ ਅਦਭੁਤ ਸੀ। ਕਈ ਥਾਈਂ ਵਗਦੇ ਨਿੱਕੇ ਨਿੱਕੇ ਨਾਲਿਆਂ ਉੱਤੇ ਪੈਂਦੀਆਂ ਕਿਰਨਾਂ ਚਮਤਕਾਰੀ ਰੂਪ 'ਚ ਚਿਣਗਾ ਵਾਂਗ ਅਸਮਾਨ ਵੱਲ ਉੱਡਦੀਆਂ ਸੀ। ਤੇ ਜਦੋਂ ਨਿਗਾਹ ਭੁਆ ਕੇ ਦੂਜੇ ਪਾਸੇ ਦੇਖਿਆ ਤਾਂ ਪਹਿਲਾਂ ਡੇਰਾ ਦਿਸਿਆ, ਫਿਰ ਉਹਦੇ ਪਾਰ ਉੱਚੇ ਨੀਵੇਂ ਧੌੜਿਆਂ ਉੱਤੇ ਖੜੋਤੇ ਲੰਮੇ ਰੁੱਖ ਦਿਓਂ ਵਾਂਗ ਦਿਸੇ। ਪਰ ਉਹਨਾਂ ਦੀਆਂ ਟੀਸੀਆਂ ਦੇ ਉੱਤੋਂ ਦੀ ਗੰਗਾ ਦੀ ਧਾਰਾ ਦਿਸੀ ਤਾਂ ਵਿੰਦਾ ਹੀ ਰਹਿ ਗਿਆ, ਜਿਹੜੀ ਲਾਲੀ ਸਾਰੇ ਆਕਾਸ਼ 'ਚ ਫੈਲ ਰਹੀ ਸੀ। ਉਸ ਨਾਲ ਸੱਚੀ ਪਾਣੀਆਂ ਨੂੰ ਅੱਗ ਲੱਗੀ ਜਾਪਦੀ ਸੀ। ਪਰਸੇ ਦੇ ਹੋਠ ਆਪਣੇ ਆਪ ਫਰਕਣ ਲੱਗ ਪਏ। ਅਗਨੀ ਸ਼ਿਵ, ਅਗਨੀ ਗੰਗਾ, ਅਗਨੀ ਸਭ ਸੰਸਾਰ, ਅਗਨੀ ਮੋਹਣੀ, ਅਗਨੀ ਵਿਸ਼ਨੂੰ, ਮੱਛ ਕੱਛ ਅਵਤਾਰ, ਸਾਗਰ ਅੰਬਰ ਧਰਤ ਸੁਹਾਵੀ, ਅਗਨ ਦੇ ਤਾਬਿਆਦਾਰ, ਅਗਨ ਸਮਾਈ ਇੰਦ ਬਿੰਦ में त्रैलोकी की सिकदार, अग्नि पर्वत आसन बैठी जाए 7 समुंदर पार, अग्नि जीवन अग्नि मृत्यु सब अग्नि संधिकार, उस अग्नि स्यों सांझ बढ़ाई, ए सार उस पार अग्न समाए रोम रोम में, लाए रहा लिवतार, अग्नि शिव अग्नि गंगा अग्नि सब संसार, अग्नि सब संसार, अग्नि सब संसार। परसे नूं पता नहीं कदों ये पंक्तियां उच्ची उच्ची दोहराण ते गाउण लग पिया। ਜਦੋਂ ਚਾਂਦੀ ਦੀ ਮੁੱਠ ਵਾਲੀ ਸੋਟੀ ਘੁਮਾਉਂਦਿਆਂ ਰਤਾ ਨਜ਼ਰ ਨੀਵੀਂ ਕੀਤੀ ਤਾਂ ਸੰਤ ਨਾਰੰਗ ਦਾ ਸਾਹਮਣੇ ਖੜੋਤਾ ਸੀ। ਪਰਸਰਾਮ, ਤੂੰ ਤਾਂ ਕਵੀਸ਼ਰੀ ਬਹੁਤ ਵਧੀਆ ਜੋੜ ਲੈਣਾ, ਅਸੀਂ ਸੁਣ ਕੇ ਬਹੁਤ ਪ੍ਰਸੰਨ ਹੋਏ ਹਾਂ। ਕੋਈ ਬੰਦ ਹੋਰ ਸੁਣਾ ਜਾਂ ਇਹੋ ਪੰਕਤੀਆਂ ਫਿਰ ਸੁਣਾ। ਸੰਤ ਇੱਕ ਵੱਡੇ ਪੱਥਰ ਤੇ ਬਹਿ ਗਿਆ। ਉਹਦੀਆਂ ਅੱਖਾਂ 'ਚ ਵੱਲੀ ਚਮਕ ਸੀ ਜੋ ਪਹਿਲਾਂ ਪਰਸੇ ਨੇ ਨਹੀਂ ਸੀ ਦੇਖੀ। ਦੂਜੀ ਹੈਰਾਨੀ ਇਹ ਸੀ ਵੀ ਅਚਾਨਕ ਸੰਤ ਭਾਖਾ ਛੱਡ ਕੇ ਪੰਜਾਬੀ ਬੋਲਣ ਲੱਗ ਪਿਆ ਸੀ।
ਪਰਸਾ ਮੁਸਕਰਾ ਕੇ ਉਹਦੇ ਨੇੜੇ ਹੁੰਦਾ ਬੋਲਿਆ, ਮੈਂ ਕੋਈ ਕਵੀ ਕਵੀਸ਼ਰ ਨਹੀਂ ਮਹਾਰਾਜ, ਬਸ ਜਦੋਂ ਕਦੇ ਮਨ ਕਿਸੇ ਲੋਰ 'ਚ ਹੋਵੇ ਤਾਂ ਅੱਖਰ ਆਪੇ ਜੁੜ ਜੁੜ ਕੇ ਸ਼ਬਦ ਦੇ ਤੁਕਾਂ ਬਣ ਜਾਂਦੇ ਆ। ਮੇਰੇ ਵੱਸ ਨਹੀਂ ਰਹਿੰਦਾ, ਮੈਨੂੰ ਤਾਂ ਪਿੰਗਲ ਦਾ ਵੀ ਕੋਈ ਗਿਆਨ ਨਹੀਂ। ਇਹੋ ਤਾਂ ਕਵੀਸ਼ਰੀ ਹੈ। ਆਦਿ ਕਵੀ ਵਾਲਮੀਕ ਜੀ ਨੇ ਕਿਹੜਾ ਪਿੰਗਲ ਬਾਚਿਆ ਸੀ? ਕਵੀਸ਼ਰ ਤਾਂ ਅੰਦਰੋਂ ਹੀ ਝਰਨੇ ਦੀ ਤਰ੍ਹਾਂ ਫੁੱਟਦੀ ਹੁੰਦੀ ਆ ਕਿ ਨਹੀਂ? ਇਹ ਤਾਂ ਬਾਤ ਸੱਤ ਹੈ ਮਹਾਰਾਜ। ਕੋਈ ਅੱਛਾ ਜਿਹਾ ਬੰਦ ਸੁਣਾਓ ਜਿਸ ਨਾਲ ਚਿੱਤ ਸ਼ਾਂਤ ਹੋ ਜਾਏ। ਐਂ ਤਾਂ ਜੀ ਯਾਦ ਨਹੀਂ ਆਉਂਦਾ, ਪਰ ਤੁਹਾਡਾ ਚਿੱਤ ਵੀ ਅਸ਼ਾਂਤ ਹੋ ਜਾਂਦਾ ਮਹਾਰਾਜ। ਸੰਤ ਬਿੰਦ ਕੋ ਚੁੱਪ ਕਰਕੇ ਬੈਠਾ ਰਿਹਾ, ਫਿਰ ਅੰਦਰੋਂ ਕੋਈ ਕੜ ਪਾਟ ਗਿਆ। ਬੋਲਣ ਲੱਗਿਆ ਤਾਂ ਰੁਕਿਆ ਹੀ ਨਹੀਂ। ਕਵੀਸ਼ਰੀ ਦੀ ਗੱਲ ਵੀ ਭੁੱਲ ਗਿਆ, ਜਿਵੇਂ ਇਹ ਕਿਸੇ ਗੁੱਝੀ ਸਾਂਝ ਦੇ ਅਹਿਸਾਸ ਲਈ ਕਹਿ ਰਿਹਾ ਹੋਵੇ। ਕਿਉਂ, ਮੈਂ ਬੰਦਾ ਨਹੀਂ? ਫਿਰ ਬਿੰਦਕ ਚੁੱਪ ਕਰਕੇ ਬੋਲਿਆ, ਪਰਸਰਾਮਾ, ਤੈਨੂੰ ਮੈਂ ਪਹਿਲੇ ਦਿਨ ਹੀ ਪਛਾਣ ਲਿਆ ਸੀ। 3 ਦਿਨ ਤੋਂ ਤੇਰੇ ਕੋਲ ਮਨ ਦੀ ਭੜਾਸ ਕੱਢਣ ਨੂੰ ਮੌਕਾ ਤਕਾਉਂਦਾ ਫਿਰਦਾ ਸੀ। ਇਹ ਭੇਤ ਤੇਰੇ ਵਰਗੇ ਗੈਰ ਗੰਭੀਰ ਪੁਰਸ਼ ਕੋਲ ਹੀ ਖੋਲ ਸਕਦਾ ਸੀ। ਇਸੇ ਕਰਕੇ ਕੰਨ ਕਰਕੇ ਸੁਣ, ਆਪਣਾ ਭਰਾ ਜਾਣ ਕੇ। ਮੈਂ ਵੀ ਤੇਰੇ ਵਾਂਗੂ ਕਦੇ ਹੀਰਾ ਹਿਰਨ ਹੁੰਦਾ ਸੀ। ਫਿਰ ਅਚਾਨਕ ਇੱਕ ਦਿਲਾਂ ਦਾ ਮਹਿਰਮ ਮਿਲ ਪਿਆ। ਮਨ ਤੇ ਸਰੀਰ ਨੂੰ ਜਿਵੇਂ ਖੰਭ ਲੱਗ ਗਏ। ਹਰ ਵੇਲੇ ਉਹ ਸਾਹਮਣੇ ਰਹੇ। ਮੈਂ ਅੰਬਰੀਆਂ ਉਡਾਰੀਆਂ ਲਾਵਾਂ, ਪਰ ਅਚਾਨਕ ਉਹਨੂੰ ਉਹਦੇ ਆਰ ਪਰਿਵਾਰ ਨੇ ਪਤਾ ਨਹੀਂ ਕਿੱਧਰ ਖਪਾਤਾ, ਜਾਂ ਕਿੱਧਰੇ ਤੋਰ ਆਏ। ਫੰਗਾਂ ਵਾਲੇ ਪੰਛੀ ਵਾਂਗੂ 7 ਅਸਮਾਨੋਂ ਫੜ ਕੇ ਹੇਠਾਂ ਆ ਡਿੱਗਿਆ। ਉਦੋਂ ਇੱਕ ਰਮਤੇ ਸਾਧ ਮਿਲ ਗਏ, ਉਹਨਾਂ ਦੀ ਸ਼ਰਨ ਪਿਆ। ਉਹਨਾਂ ਨੇ ਮਿਹਰ ਕੀਤੀ ਤੇ ਸਾਰੀ ਹਯਾਤੀ ਵਾਸਤੇ ਪਿੰਜਰੇ 'ਚ ਪਾਤਾ। ਇਸ ਅਸਮਾਨੀ ਭੌਂਦੇ ਅਗਨੀ ਪੰਛੀ ਨੂੰ ਸੰਤ ਫੇਰ ਕੁਝ ਰੁੱਕ ਕੇ ਬੋਲਿਆ, ਇਹ ਆਸ਼ਰਮ ਪਿੰਜਰਾ ਹੀ ਹੈ ਨਾ ਪਰਸਰਾਮਾ, ਕਿ ਨਹੀਂ? ਫਿਰ ਉਹ ਸੰਤ ਸੀ। ਪਰਸਾ ਉਹਦੇ ਨਾਲ ਲਾਲ ਸੂਏ ਚਿਹਰੇ ਤੇ ਬਦਲਦੀ ਉਦਾਸੀ, ਵਿਯੋਗ ਤੇ ਨਿਰਾਸ਼ਾ ਦੇ ਪਰਛਾਵੇਂ ਤੇ ਬੀਤੇ ਦੀਆਂ ਯਾਦਾਂ ਦੀ ਕਲੱਤਣ ਤੇ ਚਲਕੋਰ ਦੀ ਖੇਡ ਦੇਖਦਾ ਇੰਜ ਮਹਿਸੂਸ ਕਰਦਾ ਰਿਹਾ ਜਿਵੇਂ ਇਹ ਕੋਈ ਕੌਤਕ ਹੋਵੇ। ਸੰਤ ਦੀ ਗੱਲ ਦਾ ਕੋਈ ਉੱਤਰ ਨਹੀਂ ਦੇ ਸਕਿਆ। ਆਹ ਦੇਖ, ਸੰਤ ਨਿਗਾਹ ਘੁਮਾ ਕੇ ਪੱਛਮ ਵੱਲ ਝਾਕਿਆ, ਜਿੱਥੇ ਉਹਦਾ ਮੋਟੀਆਂ ਪਰ ਸੁਨੀਆਂ ਅੱਖਾਂ ਵਾਲਾ ਚੇਲਾ ਸਿੱਧਾ ਖੜਾ ਉਹਦੇ ਵੱਲ ਝਾਕੀ ਜਾਂਦਾ ਸੀ। ਉਹ ਗਲ ਬੇੜ ਪਾਉਣ ਵਾਸਤੇ ਖੜੋਤੇ ਹੈ। ਧਰਮਰਾਜ ਕੋਲ ਲੇਖਾ ਦੇਣਾ ਪੈਂਦਾ। ਤੁਸੀਂ ਸੰਸਾਰੀ ਪ੍ਰਾਣੀ ਕਦੇ ਨਾ ਕਦੇ ਸੰਸਾਰਕ ਬੰਧਨ ਤੋਂ ਮੁਕਤੀ ਪਾ ਲੈਂਦੇ ਹੋ। ਅਸੀਂ ਤਾਂ ਚੱਤੋ ਪੈਰ ਪਰਾਏ ਅਧੀਨ ਰਹਿਣਾ, ਕਦੇ ਧਰਮ ਕਰਮ, ਕਦੇ ਆਪਣੇ ਚੇਲਿਆਂ ਬਾਲਕਿਆਂ ਦੇ ਤੇ ਕਦੇ ਸ਼ਰਨ ਆਏ ਉਪਾਸ਼ਕਾਂ ਦੇ। ਅਸੀਂ ਲੋਕਾਂ ਦੇ ਕਲਿਆਣ ਦਾ ਦੰਭ ਰਚਦੇ ਇਹ ਤੇ ਅਗਲਾ ਦੋਏ ਜਹਾਨ ਹੀ ਖੁਆ ਬੈਠਦੇ ਆ। ਪਰਸਾਰਾਮਾ, ਸਾਡਾ ਸੰਤਾਪ ਸੰਸਾਰੀ ਜੀਵ ਨਹੀਂ ਜਾਣ ਸਕਦੇ। ਸੰਤ ਉੱਠ ਕੇ ਉਸ ਕੋਲੋਂ ਸੋਟੀ ਫੜ ਕੇ ਇੰਜ ਕਾਲੀ ਤੁਰ ਪਿਆ ਜਿਵੇਂ ਗੁੱਜਾ ਭੇਦ ਖੋਲਣ ਮਗਰੋਂ ਸੱਚੀ ਭੈਭੀਤ ਹੋ ਗਿਆ ਹੋਵੇ। ਪਰਸਾ ਉਹਦੇ ਮਗਰ ਸੋਚਾਂ 'ਚ ਗੁੰਮਿਆ ਚੁੱਪਚਾਪ ਤੁਰਿਆ ਆਇਆ ਤੇ ਸਿੱਧਾ ਕਮਰੇ ਅੰਦਰ ਚਲਾ ਗਿਆ। ਉਸ ਰਾਤ ਚੰਗੀ ਤਰ੍ਹਾਂ ਸੌਂ ਨਹੀਂ ਸਕਿਆ। ਮਨ ਭਰਮ ਦਾ ਭਟਕਦਾ ਕਿਤੇ ਨਾ ਕਿਤੇ ਪਹੁੰਚ ਗਿਆ ਤੇ ਇੰਨਾ ਵਿਰਾਗ 'ਚ ਗਰਸਿਆ ਕਿ ਮੱਲੋ ਬੱਲੀ ਬੀਰੋ ਯਾਦ ਆਉਣ ਲੱਗ ਪਈ। ਇਸੇ ਵਿਰਾਗ ਸਦਕਾ ਉਹ ਮਗਰੋਂ ਰੋਜ਼ ਕੋਈ ਕਵਿਤਾ ਜੋੜ ਕੇ ਉਸੇ ਪਹਾੜੀ ਦੀ ਟੀਸੀ ਤੇ ਜਾ ਸੁਣਾਉਂਦਾ। ਸੰਤ ਨਾਰੰਗਦਾਸ ਸੁਣ ਕੇ ਅੱਖਾਂ ਮਿੱਟੀ ਵਜਦ 'ਚ ਕਿੰਨਾ ਚਿਰ ਵਾਹਵਾ ਕਰਦਾ ਰਹਿੰਦਾ। ਕੁਝ ਦਿਨਾਂ 'ਚ ਹੀ ਆਸ਼ਰਮ ਵਿੱਚ ਇਹ ਗੱਲ ਫੈਲ ਗਈ ਕਿ ਪਰਸਰਾਮ ਨੂੰ ਸੰਤ ਜੀ ਕੋਈ ਅਜਿਹਾ ਬ੍ਰਹਮ ਗਿਆਨ ਦਿੰਦੇ ਸਨ ਜਿਹੜਾ ਅੱਜ ਤੱਕ ਕਿਸੇ ਹੋਰ ਨੂੰ ਉਹਨਾਂ ਨੇ ਨਹੀਂ ਸੀ ਦਿੱਤਾ। ਇਸੇ ਕਰਕੇ ਸੰਤਾਂ ਦੇ ਚੇਲੇ ਪਰਸਰਾਮ ਨੂੰ ਵੀ ਪ੍ਰਣਾਮ ਕਰਨ ਲੱਗ ਪਏ। ਮੋਟੀਆਂ ਅੱਖਾਂ ਵਾਲਾ ਚੇਲਾ ਤਾਂ ਇਹ ਭਰਮ ਜਾਲ 'ਚ ਹੀ ਅਜਿਹਾ ਫਸਿਆ ਕਿ ਇੱਕ ਦਿਨ ਉਹਦੇ ਚਰਨੀ ਢਹਿ ਪਿਆ। ਸਾਡੇ ਉੱਪਰ ਵੀ ਮਿਹਰ ਕਰ ਦਿਓ ਬਾਬਾ ਜੀ, ਉਹਨੇ ਪਰਸ ਅੱਗੇ ਡੰਡੌਤ ਬੰਦਨਾ ਕਰਦਿਆਂ ਕਿਹਾ। ਅਸੀਂ 7 बरस से भटकते फिरते हैं जी, हमको कोई राह बताओ ताजो हमारा भी कल्याण होवे जी। आप तो सब जानी जान हो जी, समर्थ हो जी, भगवान का रूप हो जी। परसे ने लत्तां कट्ठियां कर लियां ते फिर उठ के बैठदियां बोलिया, महाराज अजिहा भरम ना पालो, मैं तो सधारण जीव हाँ, मेरे कोल कुछ नहीं, अपने गुरु दे चरनी लगो, बेड़े पार करनगे। मैं गृहस्थी जीव आप नूं की देण जोगा। पर अगों भला लोक जिद फड़ बैठा। अखीर रख के परसराम बोलिया, चंगा पूर्णमाशी वाली रात मेरे को आ जिओ, जो मेरे को है आप जी की झोली पा दिओ। ਉਹਦੀਆਂ ਸੁਨੀਆਂ ਅੱਖਾਂ ਬਲੌਰਾਂ ਵਾਂਗ ਲਿਸ਼ਕ ਪਈਆਂ। 7 ਵਚਨ ਕਹਿ ਕੇ ਇੰਜ ਤੁਰ ਗਿਆ ਜਿਵੇਂ ਕਾਰੂ ਦਾ ਖਜ਼ਾਨਾ ਲੱਭਿਆ ਹੋਵੇ। ਉਹਦੇ ਜਾਣ ਮਗਰੋਂ ਪਰਸੇ ਨੇ ਹੌਕਾ ਭਰਿਆ, ਫਿਰ ਲੇਟ ਕੇ ਛੱਤ ਵੱਲ ਝਾਕਦਾ ਸੋਚੀ ਪੈ ਗਿਆ। ਸੰਸਾਰ 'ਚ ਕਿੰਨਾ ਅੰਧਕਾਰ ਪਸਰਿਆ ਹੋਇਆ। ਜਿੱਥੇ ਗਿਆਨ ਦੀਆਂ ਜੋਤਾਂ ਜਗਣ ਦਾ ਭੁਲੇਖਾ ਸੀ, ਉੱਥੇ ਦਿਨੇ ਹੱਥ ਮਾਰਿਆ ਕੁਛ ਨਹੀਂ ਲੱਭਦਾ। ਕੈਸੀ ਬਚਿੱਤਰ ਗੱਲ ਹੈ। ਧੰਨਵਾਦ।